ਅੱਖਰ ਅੱਖਰ ਮੋਤੀ ਬਣਦੇ ਮੋਤੀਆਂ ਤੋਂ ਫਿਰ ਮਾਲਾ। ਆਓ ਮੁੜ ਤੋਂ ਗੂੜਾ ਕਰੀਏ ਰਿਸ਼ਤਾ ਸਾਹਿਤਕ ਤੰਦਾਂ ਵਾਲਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜ ਚੁੱਕੇ ਹੋ ਜਸ ਟੀਵੀ ਦੇ ਨਾਲ। ਬੜਾ ਕੁਝ ਵਕਤ ਨੇ ਲਿਖਿਆ ਮੇਰੇ ਤਨ ਤੇ ਮੇਰੀ ਰੂਹ ਤੇ, ਬੜਾ ਕੁਝ ਵਕਤ ਨੇ ਲਿਖਿਆ ਮੇਰੇ ਤਨ ਤੇ ਮੇਰੀ ਰੂਹ ਤੇ, ਤੁਸੀਂ ਮੈਨੂੰ ਹੀ ਪੜ੍ਹ ਲੈਣਾ ਮੇਰੇ ਇਤਿਹਾਸ ਤੋਂ ਪਹਿਲਾਂ। ਸਾਹਿਤਕ ਤੰਦਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਜੇਕਰ ਮੈਂ ਇਸ ਸ਼ੇਅਰ ਦਾ ਜਾਂ ਇਹਨਾਂ ਸਤਰਾਂ ਦਾ ਜ਼ਿਕਰ ਕੀਤਾ ਹੈ ਤਾਂ ਇਹ ਜ਼ਿਕਰ ਇਸ ਕਰਕੇ ਮਹੱਤਵਪੂਰਨ ਹੋ ਨਿਬੜੇਗਾ ਕਿਉਂਕਿ ਅੱਜ ਸਾਹਿਤਕ ਤੰਦਾਂ ਦੀ ਇਸ ਲੜੀ ਦੇ ਤਹਿਤ ਆਪਾਂ ਜਿਸ ਮਹਿਮਾਨ ਦੇ ਮੁਖਾਤਿਬ ਹੋਵਾਂਗੇ, ਜਿਸ ਮਹਿਮਾਨ ਦੇ ਨਾਲ ਅਸੀਂ ਤੁਹਾਡੀ ਸਾਂਝ ਪਵਾਵਾਂਗੇ, ਜਿਸ ਮਹਿਮਾਨ ਦੀਆਂ ਗੱਲਾਂ ਬਾਤਾਂ ਉਸ ਦੇ ਕਾਰਜ ਖੇਤਰ ਦੇ ਨਾਲ ਆਪਾਂ ਆਉਣ ਵਾਲੇ ਕੁਝ ਮਿੰਟ ਚੰਦ ਮਿੰਟ ਨੇ ਜਿਹੜੇ ਉਸ ਦੀ ਰੂਹਦਾਰੀ ਦੀਆਂ ਗੱਲਾਂ ਕਰਾਂਗੇ। ਇਹ ਸਤਰਾਂ ਕਿ ਉਸ ਵਿਅਕਤੀ ਨੂੰ ਅੱਜ ਪੜ੍ਹਨ ਤੋਂ ਪਹਿਲਾਂ ਉਸ ਵਿਅਕਤੀ ਦੇ ਇਤਿਹਾਸ ਨੂੰ ਪੜ੍ਹ ਲੈਣਾ, ਕਿਉਂਕਿ ਅਸੀਂ ਜਿਸ ਸਮਾਜ ਦੇ ਵਿੱਚ ਰਹਿ ਰਹੇ ਹਾਂ ਉਸ ਸਮਾਜ ਦੇ ਵਿੱਚ ਬਹੁ ਗਿਣਤੀ ਐਸੀ ਹੈ ਜਿਹੜੀ ਮੂੰਹ ਦੇ ਵਿੱਚ ਚਾਂਦੀ ਦਾ ਚਮਚਾ ਲੈ ਕੇ ਪੈਦਾ ਨਹੀਂ ਹੋਈ। ਬੇਸ਼ੱਕ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਕੀਤੀ ਹੋਈ ਮਿਹਨਤ ਦੇ ਸਦਕਾ ਤੁਹਾਡੇ ਨਾਵਾਂ ਦੇ ਅੱਗੇ ਪ੍ਰੋਫੈਸਰ ਦਾ ਖਿਤਾਬ ਲੱਗ ਜਾਂਦਾ ਹੈ, ਡਾਕਟਰ ਦਾ ਖਿਤਾਬ ਲੱਗ ਜਾਂਦਾ ਹੈ, ਇੰਜੀਨੀਅਰ ਦਾ ਖਿਤਾਬ ਲੱਗ ਜਾਂਦਾ ਹੈ, ਪਰ ਉਹ ਖਿਤਾਬ ਲੱਗਣ ਦੇ ਪਿਛਲਾ ਜਿਹੜਾ ਸੰਘਰਸ਼ ਹੈ ਉਹ ਸੰਘਰਸ਼ ਬੜਾ ਮਹੱਤਵਪੂਰਨ ਹੈ। ਅਸੀਂ ਉਹ ਲੋਕ ਵੀ ਦੇਖੇ ਨੇ ਜਿਨ੍ਹਾਂ ਲੋਕਾਂ ਨੇ ਉਹਨਾਂ ਘਰਾਂ ਦੀਆਂ ਛੱਤਾਂ ਦੇ ਵਿੱਚ ਰਾਤਾਂ ਕੱਟੀਆਂ, ਜਿਨ੍ਹਾਂ ਛੱਤਾਂ ਦੇ ਵਿੱਚ ਜਦੋਂ ਅਸੀਂ ਉੱਪਰ ਨੂੰ ਝਾਕਦੇ ਹਾਂ ਤਾਂ ਤਾਰੇ ਵੀ ਨਜ਼ਰ ਆਉਂਦੇ ਆ, ਤੇ ਜਦੋਂ ਬਰਸਾਤ ਪੈ ਰਹੀ ਹੁੰਦੀ ਹੈ ਤਾਂ ਕਣੀਆਂ ਵੀ ਉਸ ਛੱਤ ਦੇ ਵਿੱਚੋਂ ਚੋ ਰਹੀਆਂ ਹੁੰਦੀਆਂ ਨੇ। ਉਹ ਲੋਕਾਂ ਦੇ ਸੰਘਰਸ਼ ਨੂੰ ਸੱਚਮੁੱਚ ਸਲਾਮ ਕਰਨਾ ਬਣਦਾ ਹੈ। ਸਾਹਿਤਕ ਤੰਦਾਂ ਦੇ ਅੱਜ ਦੇ ਇਸ ਐਪੀਸੋਡ ਜਾਂ ਅੱਜ ਦੀ ਇਸ ਲੜੀ ਦੇ ਵਿੱਚ ਜਿਹੜੇ ਲੋਕ ਉਸ ਮਿਹਨਤ ਭਰੇ ਕਾਰਜਾਂ ਦੇ ਵਿੱਚ, ਉਸ ਮਿਹਨਤ ਭਰੇ ਕੰਮਾਂ ਦੇ ਵਿੱਚੋਂ ਉੱਠ ਕੇ ਆਏ, ਪਰ ਅੱਜ ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ ਆਪਣੀ ਮਿਹਨਤ, ਆਪਣੇ ਹੁਨਰ, ਆਪਣੀ ਵਿਦਵਤਾ ਦੇ ਸਦਕਾ ਆਪਣੇ ਨਾਵਾਂ ਦੇ ਅੱਗੇ ਡਾਕਟਰ ਲਵਾਇਆ। ਸਾਹਿਤਕ ਤੰਦਾਂ ਦੇ ਇਸ ਸਫ਼ਰ ਦਾ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਪਰਿਵਾਰ, ਤੁਹਾਡੇ ਬੱਚਿਆਂ, ਸਾਡੀਆਂ ਆਪਣੀਆਂ ਨਸਲਾਂ, ਸਾਡੀਆਂ ਆਪਣੀਆਂ ਪੀੜ੍ਹੀਆਂ ਦੀ ਸਾਂਝ ਸਾਹਿਤ ਦੇ ਉਸ ਵੱਖ-ਵੱਖ ਖੇਤਰ ਜਾਂ ਵੱਖ-ਵੱਖ ਵਿਧਾਵਾਂ ਨਾਲ ਪਾਈ ਜਾਵੇ ਜਿਨ੍ਹਾਂ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਂਭਣ ਦਾ ਫਿਕਰ ਕਰਨਾ ਹੈ। ਕਿਉਂਕਿ ਸਾਡੀ ਭਾਸ਼ਾ ਦੇ ਵਿੱਚ ਵਿਗਾੜ ਤਾਂ ਪਹਿਲਾਂ ਆ ਚੁੱਕਿਆ, ਸਾਡੀ ਬੋਲੀ ਦੇ ਵਿੱਚ ਵਿਗਾੜ ਤਾਂ ਪਹਿਲਾਂ ਆ ਚੁੱਕਿਆ। ਨਾ ਅਸੀਂ ਪੰਜਾਬੀ ਦੇ ਰਹੇ, ਨਾ ਅਸੀਂ ਹਿੰਦੀ ਦੇ ਰਹੇ, ਨਾ ਅਸੀਂ ਅੰਗਰੇਜ਼ੀ ਦੇ ਰਹੇ। ਅਸੀਂ ਸਾਰਿਆਂ ਦਾ ਮਿਲਗੋਬਾ ਬਣ ਗਏ ਹਾਂ ਤੇ ਨੌਬਤ ਇੱਥੋਂ ਤੱਕ ਆ ਗਈ ਹੈ ਕਿ ਆਪਣੀ ਪੰਜਾਬੀ ਨੂੰ ਭੁੱਲ ਗਏ, ਹਿੰਦੀ ਬੋਲਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਬੋਲੀ ਨਹੀਂ ਜਾਂਦੀ। ਅੰਗਰੇਜ਼ੀ ਦੇ ਵਿੱਚ ਪੈਰ ਧਰਦੇ ਹਾਂ ਕਿਉਂਕਿ ਉਸ ਤੋਂ ਬਿਨਾਂ ਸਾਨੂੰ ਲੱਗਦਾ ਕਿ ਸਾਡਾ ਗੁਜ਼ਾਰਾ ਨਹੀਂ। ਪਰ ਫਿਰ ਵੀ ਸਾਹਿਤਕ ਤੰਦਾਂ ਦੀ ਇਸ ਘਾਲਣਾ ਦੇ ਵਿੱਚ ਇਹ ਕੋਸ਼ਿਸ਼ ਹੁੰਦੀ ਆ ਕਿ ਘੱਟੋ ਘੱਟ ਜਿਸ ਭਾਸ਼ਾ ਦੀ ਵੀ ਗੱਲ ਕਰੀਏ ਉਸ ਭਾਸ਼ਾ ਦੇ ਨਾਲ ਸਹੀ ਤਰੀਕੇ ਨਾਲ ਜੁੜਿਆ ਜਾਵੇ। ਖੇਤਰ ਚਾਹੇ ਕਵਿਤਾ ਹੋਵੇ, ਗਜ਼ਲ ਹੋਵੇ, ਨਾਟਕ ਹੋਵੇ, ਆਲੋਚਨਾ ਹੋਵੇ, ਕੋਈ ਖੇਤਰ ਹੋਵੇ, ਪਰ ਉਸ ਖੇਤਰ ਦੇ ਵਿੱਚ ਪ੍ਰੌੜਤਾ ਨਾਲ ਔਰ ਪਰਪੱਕਤਾ ਦੇ ਨਾਲ ਅੱਗੇ ਵਧਿਆ ਜਾਵੇ। ਤਾਂ ਆਓ ਫਿਰ ਸਾਹਿਤਕ ਤੰਦਾਂ ਦੇ ਇਸ ਸਫ਼ਰ ਦੇ ਵਿੱਚ ਅੱਜ ਸਾਡੇ ਖਾਸ ਮਹਿਮਾਨ ਡਾਕਟਰ ਰਵਿੰਦਰ ਸਿੰਘ ਰਵੀ ਹੋਰਾਂ ਦਾ ਪਹਿਲਾਂ ਤਾਂ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ, ਬਹੁਤ ਸਵਾਗਤ ਹੈ ਸਾਹਿਤਕ ਤੰਦਾਂ ਤੇ ਜਸ ਟੀਵੀ ਦੇ ਵਿਹੜੇ ਦੇ ਵਿੱਚ। ਥੈਂਕ ਯੂ ਸਰ। ਕਿੱਦਾਂ ਸਿਹਤਾਂ ਠੀਕ ਨੇ ਜੀ? ਬਿਲਕੁਲ ਠੀਕ। ਘਬਰਾਏ ਜੋ ਲੱਗਦੇ ਹੋ, ਨਾ ਤਾਂ ਤੁਹਾਡੇ ਨਾਂ ਅੱਗੇ ਪ੍ਰੋਫੈਸਰ ਲੱਗਦਾ, ਡਾਕਟਰ ਲੱਗਦਾ। ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਪ੍ਰਿੰਸ ਕਿ ਮੈਂ ਘਬਰਾਇਆ ਹੋਇਆ ਜੀ। ਮੈਨੂੰ ਐਕਚੁਅਲ 'ਚ ਤੇਰੀਆਂ ਗੱਲਾਂ ਸੁਣ ਕੇ ਆਪਣਾ ਪਿਛਲਾ ਜੋ ਜੀਵਨ ਬੀਤਿਆ ਉਹ ਯਾਦ ਆ ਗਿਆ। ਤੂੰ ਇੰਨਾ ਕੁਝ ਕਿੱਥੇ ਲੁਕੋਈ ਬੈਠਾ, ਇੰਨੀਆਂ ਸਾਰੀਆਂ ਗੱਲਾਂ ਜ਼ਿੰਦਗੀ ਦੀਆਂ ਤੰਦਾਂ, ਜ਼ਿੰਦਗੀ ਦੀਆਂ ਮਤਲਬ ਕੁਰਖਤੀਆਂ, ਜ਼ਿੰਦਗੀ ਦੀਆਂ ਜਿਹੜੀਆਂ ਮਾੜੀਆਂ ਹਾਲਤਾਂ ਨੇ ਉਹਨਾਂ ਨੂੰ ਲੁਕੋਈ ਬੈਠਾ। ਮੈਂ ਤਾਂ ਹੈਰਾਨ ਹਾਂ ਵੀ ਤੂੰ ਇੰਨੀਆਂ ਗੱਲਾਂ ਵੀ ਨਹੀਂ, ਇਹ ਕੁਰਖਤੀਆਂ ਇਸ ਕਰਕੇ ਸਾਂਭਣੀਆਂ ਜਾਂ ਲੁਕੋ ਕੇ ਰੱਖਣੀਆਂ ਜਾਂ ਅੱਗੇ ਲਿਆਉਣੀਆਂ ਬਹੁਤ ਜ਼ਰੂਰੀ ਨੇ ਮੇਰੇ ਖਿਆਲ 'ਚ ਡਾਕਟਰ ਰਵਿੰਦਰ ਰਵੀ ਜੀ। ਕਿ ਬਹੁਤੀ ਵਾਰੀ ਆਮ ਲੋਕਾਂ ਨੂੰ ਸ਼ਾਇਦ ਇਹ ਲੱਗ ਰਿਹਾ ਹੁੰਦਾ ਕਿ ਜਿਹੜਾ ਵਿਅਕਤੀ ਅੱਜ ਇੱਕ ਸ਼ਖਸੀਅਤ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਬੈਠਾ, ਉਹ ਚਾਹੇ ਅੱਜ ਅਸੀਂ ਟੈਲੀਵਿਜ਼ਨ ਜਸ ਟੀਵੀ ਦੇ ਵਿਹੜੇ ਤੇ ਜਸ ਟੀਵੀ ਦੀ ਖਿੜਕੀ ਦੇ ਰਾਹੀਂ ਲੋਕਾਂ ਦੇ ਮੁਖਾਤਿਬ ਹੋ ਰਹੇ ਹਾਂ, ਆਮ ਲੋਕਾਂ ਨੂੰ ਜਿਹੜੇ ਸਾਡੇ ਜੀਵਨ ਦੇ ਸਹਿਜ ਵਰਤਾਰੇ ਦੇ ਵਿੱਚ ਹੁੰਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਕਿਹੜੇ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਕਿੱਥੋਂ ਤੱਕ ਦਾ ਸਫ਼ਰ ਪੂਰਾ ਕਰਕੇ ਕਿੱਥੇ ਤੱਕ ਪਹੁੰਚਣ ਦਾ ਯਤਨ ਕਰ ਰਹੇ ਹਾਂ। ਸੋ ਪਹਿਲੀ ਸਾਂਝ ਆਪਾਂ ਉੱਥੋਂ ਹੀ ਸ਼ੁਰੂ ਕਰਦੇ ਹਾਂ, ਤੁਹਾਡੇ ਪਿੰਡ ਤੋਂ, ਤੁਹਾਡੇ ਪਰਿਵਾਰ ਤੋਂ, ਤੁਹਾਡੇ ਮਾਤਾ ਪਿਤਾ ਦੀ ਘਾਲਣਾ ਤੋਂ ਲੈ ਕੇ ਡਾਕਟਰ ਰਵਿੰਦਰ ਸਿੰਘ ਰਵੀ ਦੇ ਜਾਂ ਰਵਿੰਦਰ ਰਵੀ ਦੇ ਡਾਕਟਰ ਬਣਨ ਤੱਕ ਦਾ ਸਫ਼ਰ ਕਿੱਥੋਂ ਸ਼ੁਰੂਆਤ ਹੁੰਦੀ ਹੈ, ਪਰਿਵਾਰਕ ਪਿਛੋਕੜ ਤੇ ਪਿੰਡ ਦੇ ਪਿਛੋਕੜ ਤੋਂ? ਪ੍ਰਿੰਸ, ਮੈਂ ਇੱਕ ਮਜ਼ਦੂਰ ਪਰਿਵਾਰ 'ਚੋਂ ਹਾਂ। ਸਾਡੇ ਪਰਿਵਾਰ 'ਚ ਕੋਈ ਨਹੀਂ ਪੜ੍ਹਿਆ ਲਿਖਿਆ ਹੈ। ਮੇਰਾ ਬਾਪ
ਜੋ 5ਵੀਂ ਤੱਕ ਪੜ੍ਹਿਆ ਸੀ, ਜੀ ਉਹਨਾਂ ਦੀ ਇੱਕ ਬਹੁਤ ਵੱਡੀ ਇੱਛਾ ਹੁੰਦੀ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਹੂੰ। ਤੇ ਬਹੁਤ ਪੜ੍ਹਾਉਣਾ ਹੈ। ਜੀ ਔਰ ਮੈਂ ਤੁਹਾਨੂੰ ਜੇ ਦੱਸਾਂ ਤਾਂ ਜ਼ਿੰਦਗੀ ਦਾ ਜਿੰਨਾ ਮੈਂ ਸਫ਼ਰ ਤੈਅ ਕੀਤਾ ਹੈ, ਇਸ ਸਫ਼ਰ ਦੇ ਵਿੱਚ ਜਿੰਨੀਆਂ ਮੁਸ਼ਕਲਾਂ, ਜਿੰਨੀਆਂ ਤੰਗੀਆਂ, ਜਿੰਨੀਆਂ ਤੁਰਸ਼ੀਆਂ, ਜਿੰਨੇ ਮਾੜੇ ਹਾਲਾਤ ਹੂੰ ਮੈਂ ਦੇਖਿਆ, ਮੈਨੂੰ ਲੱਗਦਾ ਜੇ ਕੋਈ ਹੋਰ ਹੁੰਦਾ ਤਾਂ ਉਹ ਬਹੁਤ ਛੇਤੀ ਡਿੱਗ ਕੇ ਢਹਿ ਢੇਰੀ ਹੋ ਜਾਂਦਾ। ਸਾਡੇ ਪਰਿਵਾਰ ਦੇ ਉੱਤੇ ਗਰੀਬੀ ਤਾਂ ਸੀ ਜੀ ਗਰੀਬੀ ਤੋਂ ਬਿਨਾ ਮੇਰਾ ਬਾਪ ਇੱਕ ਅਗਾਂਹ ਵਧੂ ਬੰਦਾ ਸੀ। ਉਹ ਪਿੰਡ ਦੇ ਵਿੱਚ ਮਜ਼ਦੂਰਾਂ ਨੂੰ ਇਕੱਠੇ ਕਰ ਲੈਂਦਾ ਸੀ, ਦਿਹਾੜੀਦਾਰਾਂ ਨੂੰ ਇਕੱਠੇ ਕਰ ਲੈਂਦਾ ਸੀ ਕਿ ਦਿਹਾੜੀ ਸਾਡੀ ਇੰਨੀ ਬਹੁਤ ਥੋੜੀ ਹੈ, ਆਪਾਂ ਜ਼ਿਆਦਾ ਦਿਹਾੜੀ ਵਾਸਤੇ ਇਕੱਠੇ ਹੋ ਕੇ ਜਿਹੜੇ ਪਿੰਡ ਦੇ ਮੋਹਤਬਾਰ ਬੰਦੇ ਉਹਨਾਂ ਨਾਲ ਗੱਲ ਕਰੀਏ। ਤੇ ਹਾਲਤ ਇਹ ਬਣ ਜਾਂਦੀ ਸੀ ਕਿ ਜਦੋਂ ਸਥਿਤੀ ਵਿਗੜ ਜਾਂਦੀ ਸੀ, ਹਾਲਤ ਵਿਗੜ ਜਾਂਦੀ ਸੀ, ਤਾਂ ਮੇਰੇ ਬਾਪ ਨੂੰ ਕੋਈ ਦਿਹਾੜੀ ਲਿਜਾਣੋਂ ਹਟ ਜਾਂਦੇ ਸੀ ਕਿ ਇਹ ਬੰਦਾ ਮਜ਼ਦੂਰਾਂ ਨੂੰ ਮਗਰ ਲਾ ਕੇ ਰੌਲਾ ਪਾਉਂਦਾ ਹੈ। ਇਹਦੇ ਵਿੱਚ ਜ਼ਾਤੀ ਟਕਰਾਅ ਵੀ ਆਉਂਦਾ ਸੀ ਬਾਈ? ਬਿਲਕੁਲ ਬਿਲਕੁਲ, ਇਹ ਤਾਂ ਸਪਸ਼ਟ ਤੌਰ ਦੇ ਉੱਤੇ ਸਵਾਲ ਪੁੱਛਦਾ ਮੈਂ। ਬਿਲਕੁਲ ਬਿਲਕੁਲ, ਇਹ ਕਦੇ ਵੀ ਖਤਮ ਹੋਣ ਵਾਲਾ ਜਿਹੜਾ ਹੈਗਾ ਟਕਰਾਅ ਨਹੀਂ ਰਿਹਾਗਾ। ਅੱਜ ਵੀ ਜੇਕਰ ਮੈਂ ਤੁਹਾਨੂੰ ਇਸ ਗੱਲ ਨੂੰ ਬਹੁਤ ਮੁਕਤ ਕੰਠ ਹੋ ਕੇ ਦੱਸਾਂ ਤਾਂ ਅੱਜ ਵੀ ਮੈਂ ਐਜ਼ ਅਸਿਸਟੈਂਟ ਪ੍ਰੋਫੈਸਰ ਕੰਮ ਕਰਦਾ, ਚਾਹੇ ਮੈਂ ਕੰਟਰੈਕਟ ਤੇ ਕੰਮ ਕਰਦਾ, ਪਰ ਅੱਜ ਵੀ ਜੇ ਕਿਤੇ ਮੈਂ ਉਹੋ ਜਿਹੇ ਹਲਕਿਆਂ ਦੇ ਵਿੱਚ ਬੈਠਦਾ ਜਿਹੜੇ ਵੱਖਰੀਆਂ ਵੱਖਰੀਆਂ ਜਾਂ ਸੋ-ਕਾਲਡ ਸਵਰਨ ਜਾਤੀਆਂ ਨੇ ਉਹਨਾਂ ਦੇ ਵਿੱਚ ਬੈਠਦੇ ਆ, ਤਾਂ ਉਹਨਾਂ 'ਚ ਕਿਤੇ ਨਾ ਕਿਤੇ ਉਸ ਤਰ੍ਹਾਂ ਦੀ ਬੂ ਜ਼ਰੂਰ ਆਉਂਦੀ ਹੈ ਜਿਹੜੀਆਂ ਛੋਟੀਆਂ ਜਾਤੀਆਂ ਨੇ। ਤੇ ਪਿੰਡਾਂ ਦੇ ਵਿੱਚ ਤਾਂ ਇਹ ਜਗੀਰਦਾਰੀ ਪ੍ਰਥਾ ਜਿਹੜੀ ਬਹੁਤ ਵੱਡੇ ਪੱਧਰ ਤੇ ਪਈ ਹੋਈ ਹੈ, ਇਸ ਨੂੰ ਤਾਂ ਖਤਮ ਕਰਨ ਵਾਸਤੇ ਮੈਨੂੰ ਲੱਗਦਾ ਸਾਨੂੰ ਹਲੇ ਬਹੁਤ ਸਮਾਂ ਲੱਗੇਗਾ। ਤੇ ਜੇ ਮੈਂ ਕਹਾਂ ਕਿ ਵੀ ਜਿਹੜੀ ਗੱਲ ਆਪਾਂ ਚੱਲ ਰਹੇ ਸੀ ਕਿ ਪਿੰਡ ਦੇ ਵਿੱਚ ਜਦੋਂ ਮੇਰਾ ਪੜ੍ਹਾਈ ਵਾਲਾ ਮਾਹੌਲ ਸੀ ਤਾਂ ਉੱਥੇ ਪੜ੍ਹਨ ਦਾ ਕੋਈ ਬਹੁਤਾ ਵਧੀਆ ਮਾਹੌਲ ਨਹੀਂ ਸੀਗਾ। ਮੇਰੇ ਬਾਪ ਦੇ ਮਨ 'ਚ ਜ਼ਰੂਰ ਹੁੰਦਾ ਸੀਗਾ ਕਿ ਵੀ ਪੜ੍ਹਾਵਾਂ ਮੈਂ ਬੱਚਿਆਂ ਨੂੰ ਪੜ੍ਹਾਵਾਂ। ਪਿੰਡ ਦੇ ਪ੍ਰਾਇਮਰੀ ਸਕੂਲ 'ਚ ਮੈਂ ਪੜ੍ਹਿਆ। ਉਸ ਤੋਂ ਬਾਅਦ ਸਾਡੇ ਨਾਲ ਹੀ ਜੈਤੋ ਆ 3-4 ਕਿਲੋਮੀਟਰ, ਉਸੇ ਹਾਈ ਸਕੂਲ ਦੇ ਵਿੱਚ ਚਲਾ ਗਿਆ। ਹਾਈ ਸਕੂਲ 'ਚ ਜਾਣ ਤੋਂ ਬਾਅਦ 10ਵੀਂ ਦੇ ਵਿੱਚ ਜਿਹੜੀ ਮੇਰੀ ਸਥਿਤੀ ਇਹ ਸੀ ਕਿ ਮੈਂ ਬਹੁਤ ਜ਼ਿਆਦਾ ਇੰਟੈਲੀਜੈਂਟ ਬੱਚਿਆਂ ਦੇ ਵਿੱਚ ਆਉਂਦਾ ਸੀ, ਹੁਸ਼ਿਆਰ ਬੱਚਿਆਂ ਦੇ ਵਿੱਚ ਆਉਂਦਾ ਸੀ। ਜੇ ਮੈਂ ਤੁਹਾਨੂੰ ਦੱਸਾਂ ਕਿ ਜੇ ਮੇਰੇ ਜੋ ਦੋਸਤ ਸੀਗੇ ਉਹ ਮੂਹਰਲੀਆਂ ਕਤਾਰਾਂ ਦੇ ਵਿੱਚ ਵੱਡਿਆਂ ਘਰਾਂ ਦੇ ਬੱਚੇ ਹੁੰਦੇ ਸੀ, ਪਰ ਉਹ ਮੈਨੂੰ ਨਾਲ ਰੱਖਦੇ ਸੀ ਇਸ ਕਰਕੇ ਕਿ ਯਾਰ ਇਹ ਜਵਾਕ ਅੱਗੇ ਲੰਘਣ ਵਾਲਾ। ਮੈਨੂੰ ਅਧਿਆਪਕ ਵੀ ਮੋਹ ਕਰਦੇ ਸੀ। ਤਾਂ 10ਵੀਂ ਦੇ ਵਿੱਚੋਂ ਮੈਂ ਵਧੀਆ ਨੰਬਰ ਲੈ ਲਏ, 10ਵੀਂ 'ਚੋਂ ਚੰਗੇ ਨੰਬਰ ਲੈ ਲਏ। ਮੈਨੂੰ ਸਾਡੇ ਘਰ ਦੇ ਵਿੱਚ ਪੜ੍ਹਿਆ ਲਿਖਿਆ ਕੋਈ ਹੈ ਨਹੀਂ ਸੀਗਾ, ਤਾਂ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਮੈਨੂੰ ਕਾਮਰਸ ਗਰੁੱਪ ਦਵਾ ਦਿੱਤਾ ਜਿਹੜਾ ਕਿ ਮੈਂ ਬਿਲਕੁਲ ਵੀ ਜਾਣੂ ਨਹੀਂ ਸੀਗਾ। ਮਤਲਬ ਉਦੋਂ ਸਾਡੇ ਮਾਪਿਆਂ 'ਚ ਹੁੰਦਾ ਨਾ ਵੀ ਭਾਈ ਇੱਕ ਅਲੱਗ ਜੀ ਪੜ੍ਹਾਈ ਕਰਾ ਦਈਏ ਤਾਂ ਕਿ ਇਹਦੇ ਨਾਲ ਇਹਦਾ ਫਿਊਚਰ ਸੈਟਲ ਹੋ ਜੇ, ਹਨਾ। ਉਦੋਂ ਕਾਮਰਸ ਦੀ ਪੜ੍ਹਾਈ ਦਾ ਮਤਲਬ ਇਹ ਸੀਗਾ ਕਿ ਬੱਚਾ ਕਿਤੇ ਨਾ ਕਿਤੇ ਮਤਲਬ ਲੇਖੇ ਜੋਖੇ ਜਿਹੇ ਵਾਲੇ ਹਿਸਾਬ ਕਿਤਾਬ 'ਚ ਪੈ ਜਾਊਗਾ, ਕਿਤੇ ਨੌਕਰੀ ਮਿਲ ਜੂਗੀ, ਸੈਟਲ ਹੋ ਜਾਊਗਾ। ਬਿਲਕੁਲ ਸਾਰਾ +2 ਆਉਂਦੇ ਤੁਹਾਨੂੰ ਧੱਕੇ ਨਾਲ ਕਾਮਰਸ ਦਵਾਤੀ। ਤੇ ਕਾਮਰਸ ਦੇ ਵਿੱਚ ਜਿਸ ਤਰ੍ਹਾਂ ਦਾ ਮੈਂ ਆਰਟਸ ਦੇ ਗਰੁੱਪਾਂ ਵਿੱਚ ਸੀਗਾ, ਜਿਵੇਂ ਮੇਰੇ ਕੋਲੇ ਮੈਥ ਚੱਲਦਾ ਸੀ ਜਾਂ ਡਰਾਇੰਗ ਕਰਦਾ ਸੀ, ਜਾਂ ਜੇ ਮੇਰੇ ਹੋਰ ਹਿਸਟਰੀ ਸੀਗਾ, ਇਹ ਸਬਜੈਕਟ ਸੀ ਬਹੁਤ ਵਧੀਆ ਸੀ, ਪੰਜਾਬੀ ਲਿਟਰੇਚਰ ਸੀ, ਇਹ ਬਹੁਤ ਵਧੀਆ ਸੀ। ਇਹਨਾਂ ਤੋਂ ਮੈਂ ਕਿਤੇ ਨਾ ਕਿਤੇ ਡਰੈਗ ਹੋ ਗਿਆ, ਟੁੱਟ ਗਏ ਉਤੋਂ। +2 ਦੇ ਵਿੱਚ ਆ ਕੇ ਜਦੋਂ ਇਹ ਸਥਿਤੀ ਵਾਪਰੀ ਤਾਂ ਇੱਕ ਬਹੁਤ ਹੀ ਜਿਹੜੀ ਮੈਨੂੰ ਮਤਲਬ ਮੇਰੀ ਜ਼ਿੰਦਗੀ ਦਾ ਜਿਹਨੇ ਪਾਸਾ ਹੀ ਪਲਟਤਾ ਜੇ ਮੈਂ ਕਹਿਣਾ ਹੋਵੇ, ਤਾਂ ਉਹ ਇਹ ਘਟਨਾ ਵਾਪਰੀ ਕਿ ਸਾਡਾ 9 ਅਪ੍ਰੈਲ 1991 ਨੂੰ ਮੇਰੇ ਪਿੰਡ ਦੇ ਨਾਲ ਹੀ ਇੱਕ ਪਿੰਡ ਆ ਸੇਵੇਵਾਲਾ ਪਿੰਡ ਦੇ ਵਿੱਚ ਉਹ ਦੌਰ ਸੀਗਾ ਮਿਲੀਟੈਂਸੀ ਦਾ ਦੌਰ, ਜਿਹਨੂੰ ਖਾੜਕੂਵਾਦ ਦਾ ਦੌਰ ਕਹਿੰਦੇ ਆ, ਜਿਹਨੂੰ ਅੱਤਵਾਦ ਦਾ ਦੌਰ ਕਹਿੰਦੇ ਆ। ਉਸ ਦੌਰ ਦੇ ਵਿੱਚ ਹੋਇਆ ਕਿ ਵੀ ਮੇਰਾ ਬ੍ਰਦਰ ਤੇ ਮੈਂ ਵੀ ਉਸ ਪਿੰਡ ਦੇ ਵਿੱਚ ਨਾਟਕ ਹੋ ਰਹੇ ਸੀ, ਅਸੀਂ ਨਾਟਕ ਦੇਖਣ ਚਲੇ ਗਏ। ਮੈਂ ਦਰਸ਼ਕਾਂ ਨੂੰ ਦੱਸ ਦਵਾਂ ਰਵੀ, ਮੈਂ ਤੁਹਾਡੀ ਗੱਲ ਨੂੰ ਕੰਟੀਨਿਊ ਕਰਾਵਾਂਗਾ ਕਿਉਂਕਿ ਤੁਸੀਂ ਉੱਥੋਂ ਦੇ ਭੁਗਤ ਭੋਗੀਓ, ਪ੍ਰਤੱਖਦਰਸ਼ੀ ਰਹੇ ਹੋ। ਪਿਆਰੇ ਦਰਸ਼ਕੋ, ਜਿਹੜਾ ਜ਼ਿਲ੍ਹੇ ਫਰੀਦਕੋਟ ਦਾ ਸੇਵੇਵਾਲਾ ਪਿੰਡ ਹੈ, ਸੇਵੇਵਾਲਾ ਕਾਂਡ ਹੋਇਆ ਸੀ ਬਕਾਇਦਾ। ਜਿਸ ਤਰੀਕੇ ਨਾਲ ਮੋਗੇ ਦਾ ਰੀਗਲ ਸਿਨੇਮਾ ਇੱਕ ਬੱਸ ਪਾਸ ਦੀ ਲੜਾਈ ਹੋਈ ਸੀ, ਵਿਦਿਆਰਥੀਆਂ ਤੇ ਪੁਲਿਸ ਦੇ ਦਰਮਿਆਨ ਟਕਰਾ, ਰੀਗਲ ਸਿਨੇਮਾ ਕਾਂਡ, ਉਸੇ ਤਰੀਕੇ ਨਾਲ ਫਰੀਦਕੋਟ ਦਾ ਸੇਵੇਵਾਲਾ ਕਾਂਡ। ਪਰ ਵਕਤ ਇਸ ਕਾਂਡ ਦੇ ਪਿਛੋਕੜ ਵਿੱਚ ਜਾਣ ਤੇ ਭੁਗਤ ਭੋਗੀ ਦੀ ਗੱਲ ਕਰਨ ਤੋਂ ਪਹਿਲਾਂ ਵਕਤ ਇੱਕ ਬ੍ਰੇਕ ਦਾ ਹੋਇਆ। ਬ੍ਰੇਕ ਦੇ ਅਗਲੇਰੇ ਪਾਰ ਡਾਕਟਰ ਰਵਿੰਦਰ ਰਵੀ ਹੋਰਾਂ ਦੀ ਘਾਲਣਾ ਔਰ ਸਾਹਿਤਕ ਸਫ਼ਰ ਦੇ ਨਾਲ ਕਿਵੇਂ ਸਾਂਝ ਪੈਂਦੀ ਹੈ, ਸਾਹਿਤ ਦੇ ਵਿੱਚ ਡਾਕਟਰ ਰਵਿੰਦਰ ਰਵੀ ਕਿਵੇਂ ਆਉਂਦੇ ਨੇ, ਇਸ ਗੱਲਬਾਤ ਨੂੰ ਜਾਰੀ ਰੱਖਾਂਗੇ। ਫਿਲਹਾਲ ਵਕਤ ਇੱਕ ਛੋਟੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਦੇ ਅਗਲੇਰੇ ਪਾਰ। ਬ੍ਰੇਕ ਤੋਂ ਬਾਅਦ ਮੁੜ ਤੁਹਾਡਾ ਸਵਾਗਤ। ਪ੍ਰੋਗਰਾਮ ਚੱਲ ਰਿਹਾ ਸਾਹਿਤਕ ਤੰਦਾਂ ਤੇ ਸਾਹਿਤਕ ਤੰਦਾਂ ਦੇ ਇਸ ਸਫ਼ਰ ਨੂੰ ਫਿਰ ਤੋਂ ਉੱਥੇ ਜੋੜਦੇ ਹਾਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਸੇਵੇਵਾਲਾ ਤੇ ਉਸ 1991 ਦੇ ਵਕਤ ਦੇ ਭੁਗਤ ਭੋਗੀ ਸਾਡੇ ਸਾਹਮਣੇ ਬੈਠੇ ਨੇ ਅੱਜ ਦੇ ਡਾਕਟਰ ਰਵਿੰਦਰ ਸਿੰਘ ਰਵੀ ਹੋਰੀ। ਰਵੀ ਭਾਜੀ, ਮੁੜ ਸਵਾਗਤ ਹੈ। ਸੇਵੇਵਾਲਾ ਪਿੰਡ ਤੁਸੀਂ ਤੇ ਤੁਹਾਡੇ ਭਰਾ, ਉਹ ਨਾਟਕ ਮੇਲਾ
ਜਿਹੜਾ ਇਤਿਹਾਸ ਦੇ ਵਿੱਚ ਦਰਜ ਹੈ ਔਰ ਬਹੁਤੇ ਲੋਕਾਂ ਨੂੰ ਪਤਾ ਨਹੀਂ, ਉਸ ਬਾਰੇ ਜਾਣੂ ਕਰਾਓ ਤੇ ਉਹ ਘਟਨਾ ਨੇ ਤੁਹਾਡੀ ਜ਼ਿੰਦਗੀ ਦੇ ਉੱਤੇ ਕਿਵੇਂ ਪ੍ਰਭਾਵ ਪਾਇਆ। ਉਹ ਪ੍ਰਿੰਸ ਨਾਟਕ ਮੇਲਾ ਨਹੀਂ ਸੀ ਐਕਚੁਅਲ ਚ। ਉਸ ਵੇਲੇ ਸਾਡੇ ਪੰਜਾਬ ਦੇ ਵਿੱਚ ਦੋ ਧਿਰਾਂ ਬਣੀਆਂ ਹੋਈਆਂ ਸੀ, ਇੱਕ ਇਨਕਲਾਬੀ ਧਿਰ ਸੀਗੀ, ਇੱਕ ਮਿਲੀਟੈਂਸੀ ਜਿਹੜੀ ਖਾੜਕੂਵਾਦ ਸੀ ਜੀ। ਖਾੜਕੂਵਾਦ ਦਾ ਇਹ ਦੌਰ ਸੀਗਾ ਕਿ ਉਹ ਸਥਿਤੀਆਂ ਇਹ ਬਣੀਆਂ ਹੋਈਆਂ ਸੀ ਕਿ ਇੱਕ ਤਰ੍ਹਾਂ ਨਾਲ ਹਿੰਦੂਵਾਦ ਤੇ ਦੂਸਰੇ ਪਾਸੇ ਸਿੱਖਵਾਦ ਬਣ ਗਿਆ ਸੀਗਾ। ਉਸ ਚੀਜ਼ ਨੇ ਕੀ ਕਰ ਦਿੱਤਾ, ਉਸ ਚੀਜ਼ ਨੇ ਪਿੰਡਾਂ ਦੇ ਵਿੱਚੋਂ, ਸਾਡੇ ਪਿੰਡਾਂ ਦੇ ਵਿੱਚੋਂ ਜਿਹੜੇ ਹਿੰਦੂ ਲੋਕ ਸੀ ਉਹ ਬਾਹਰ ਕੱਢਣੇ ਸ਼ੁਰੂ ਕਰ ਦਿੱਤੇ। ਔਰ ਇੱਕ ਸੀਗਾ ਉਸ ਵੇਲੇ ਬਣਿਆ ਹੋਇਆ ਜਬਰ ਤੇ ਫਿਰਕਾ ਪ੍ਰਸਤੀ ਵਿਰੋਧੀ ਫਰੰਟ ਜੀ। ਉਹ ਫਰੰਟ ਸੀਗਾ ਜਿਹੜਾ, ਉਹ ਫਰੰਟ ਇਸ ਪਲੇਟਫਾਰਮ ਦੇ ਉੱਤੇ ਖੜ ਕੇ ਗੱਲ ਕਰਦਾ ਸੀ ਕਿ ਇਸ ਤਰ੍ਹਾਂ ਦਾ ਵਿਹਾਰ ਨਹੀਂ ਹੋਣਾ ਚਾਹੀਦਾ ਲੋਕਾਂ ਦੇ ਨਾਲ, ਭਾਈਚਾਰਕ ਸਾਂਝ ਰਹਿਣੀ ਚਾਹੀਦੀ ਹੈ। ਭਾਈਚਾਰਕ ਸਾਂਝ ਰਹਿਣੀ ਚਾਹੀਦੀ ਆ। ਤਾਂ ਜਦੋਂ ਇਹ ਸਾਰਾ ਦੌਰ ਚੱਲਦਾ ਸੀ ਤਾਂ ਉਹਨਾਂ ਦੇ ਕਿਤੇ ਨਾ ਕਿਤੇ ਕੋਈ ਪ੍ਰੋਗਰਾਮ ਹੁੰਦੇ ਸੀ। ਸਾਡੇ ਨੇੜਲਾ ਪਿੰਡ ਸੀ, ਮੇਰਾ ਪਿੰਡ ਭਗਤੂਆਣਾ, ਮੇਰੇ ਪਿੰਡ ਦੇ ਨਾਲ ਹੀ ਪਿੰਡ ਸੇਵੇ ਵਾਲਾ, ਉਸ ਪਿੰਡ ਦੇ ਵਿੱਚ ਨਾਟਕ ਸੀਗੇ ਤੇ ਉਹਨਾਂ ਨਾਟਕਾਂ ਨੂੰ ਦੇਖਣ ਵਾਸਤੇ ਮੈਂ ਪਿੰਡ ਤੋਂ ਚਲਾ ਗਿਆ। ਮੇਰਾ ਭਰਾ ਟੇਲਰਿੰਗ ਦਾ ਕੰਮ ਕਰਦਾ ਸੀ, ਉਹ ਜੈਤੋ ਤੋਂ ਚਲਾ ਆਇਆ ਜੀ। ਹੁਣ ਤੁਸੀਂ ਮਤਲਬ ਮੈਨੂੰ ਬੜੀ ਇੱਕ ਤਰ੍ਹਾਂ ਨਾਲ ਅਨਕੰਫਰਟ ਫੀਲ ਕਰਨ ਲੱਗ ਜਾਣਾ। ਮੈਂ ਉਹਨਾਂ ਦੀ ਬੁੱਕਲ ਦੇ ਵਿੱਚ ਬੈਠਾ ਸੀ, ਮੇਰੇ ਨਾਲੋਂ 4 ਸਾਲ ਵੱਡਾ ਸੀ ਮੇਰਾ ਭਰਾ। ਹਾਂ, ਮੈਂ ਉਹਨਾਂ ਦੀ ਬੁੱਕਲ ਦੇ ਵਿੱਚ ਬੈਠਾ ਸੀਗਾ ਜਿਸ ਵੇਲੇ ਅਟੈਕ ਹੁੰਦਾ। ਉੱਥੇ ਬੈਠਾ ਕੁਲਫੀ ਵਾਲਾ ਸੀਗਾ, ਮੈਂ ਬਹੁਤ ਛੋਟਾ ਸੀਗਾ ਤਾਂ +2 ਦੇ ਵਿੱਚ, ਮਤਲਬ ਜਿਹੜਾ ਪਿੰਡਾਂ ਦਾ ਜਿਹੜਾ +2 ਵਾਲਾ ਕਿੱਡਾ ਖੂਗਾ, 10ਵੀਂ +2 ਵਾਲਾ, ਤਾਂ ਮੈਂ ਉਹਨੂੰ ਕਿਹਾ ਕੁਲਫੀ ਦਵਾ ਕੇ ਲਿਆ। ਉਹ ਕਹਿੰਦਾ ਨਹੀਂ ਬੈਠ, ਨਾਟਕ ਦੇਖ ਲੈ ਫਿਰ ਚੱਲਦੇ ਆ। ਚਲੋ ਐਂਡ ਉਸੇ ਟਾਈਮ ਹੀ ਇਹ ਹੋਇਆ ਕਿ ਗੋਲੀਆਂ ਦੀ ਵਿਛਾੜ ਹੋਣੀ ਸ਼ੁਰੂ ਹੋ ਗਈ। ਮੈਂ ਬੁੱਕਲ ਚ ਉੱਠ ਕੇ ਸ਼ਾਇਦ ਭੱਜ ਗਿਆ, ਉਹਦੇ ਉੱਥੇ ਕਿਤੇ ਨਾਲ ਦੀ ਨਾਲ ਅਟੈਕ ਹੋਇਆ ਤੇ ਪੂਰੇ ਦਾ ਪੂਰਾ ਬਰਸਟ ਉਸ ਦੇ ਵੱਜਿਆ। ਉਸੇ ਥਾਂ ਦੇ ਉੱਤੇ ਉਹਨਾਂ ਦੀ ਮੌਤ ਹੋ ਗਈ, ਸ਼ਹਾਦਤ ਹੋਈ। ਹਾਂ, ਤਾਂ ਉਸ ਕਾਂਡ ਨੇ ਮੇਰੀ ਜ਼ਿੰਦਗੀ ਦਾ ਇੱਕ ਤਰੀਕੇ ਨਾਲ ਪਾਸਾ ਪਲਟਤਾ ਪ੍ਰਿੰਸ। ਹੋਇਆ ਹੈ ਕਿ ਮੈਂ ਬਹੁਤ ਛੋਟਾ ਸੀਗਾ, ਮੇਰੇ ਭਰਾ ਦੀ ਮੈਰਿਜ ਨੂੰ ਸਿਰਫ ਉਸ ਵੇਲੇ 6 ਮਹੀਨੇ ਹੋਏ ਸੀਗੇ। ਮੈਂ ਛੋਟਾ ਸੀ, ਮੇਰੇ ਨਾਲੋਂ ਮੈਰਿਜ ਕਰ ਦਿੱਤੀ ਗਈ। ਹੁਣ ਉਹਨਾਂ ਸਥਿਤੀਆਂ ਦੇ ਵਿੱਚ, ਉਹਨਾਂ ਹਾਲਾਤਾਂ ਦੇ ਵਿੱਚ ਘਰ 'ਚ ਕੋਈ ਕੰਮ ਕਰਨ ਵਾਲਾ ਹੈ ਨਹੀਂ ਸੀਗਾ, ਬਾਪ ਮੇਰਾ ਵੱਡਾ ਸੀਗਾ ਤੇ ਇਹਦੇ ਨਾਲ ਇਹ ਸੀਗਾ ਕਿ ਕਮਾਈ ਦੇ ਸਾਧਨ ਸਾਡੇ ਕੋਲੇ ਕੋਈ ਨਹੀਂ ਸੀਗੇ। ਕਮਾਈ ਦਾ ਸਾਧਨ ਕੌਣ ਸੀਗਾ? ਮੇਰਾ ਬ੍ਰਦਰ ਹੀ ਸੀ, ਉਹੀ ਟੇਲਰਿੰਗ ਕਰਕੇ ਜਿਹੜਾ ਚੱਲਦਾ ਸੀ ਸਾਡਾ ਘਰ। ਤਾਂ ਇਸ ਸਥਿਤੀ ਦੇ ਵਿੱਚ ਮੈਨੂੰ ਕੰਮ ਕਰਨਾ ਪਿਆ, ਪੜ੍ਹਾਈ ਛੱਡ ਕੇ ਕੰਮ ਕਰਨਾ ਪਿਆ। ਤੁਸੀਂ ਜੇਕਰ ਮੇਰਾ ਬਾਇਓਡਾਟਾ ਚੱਕ ਕੇ ਦੇਖੋਗੇ ਤਾਂ ਉਹਦੇ 'ਚ ਦੇਖੋ ਕਿ ਮੇਰੀ ਪੜ੍ਹਾਈ ਦੇ ਵਿੱਚ +2 ਤੋਂ ਬਾਅਦ 5 ਸਾਲ ਦਾ ਗੈਪ ਹੈ। ਮਤਲਬ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਗੈਪ ਪਏ ਉਹਨੇ। ਮਤਲਬ ਜੇ ਕੋਈ ਮਾੜੇ ਦਿਲ ਵਾਲਾ ਬੰਦਾ ਹੁੰਦਾ ਤਾਂ ਪੜ੍ਹਾਈ ਵੀ ਛੱਡ ਕੇ ਭੱਜ ਜਾਂਦਾ, ਜ਼ਿੰਦਗੀ ਵੀ ਛੱਡ ਕੇ ਭੱਜ ਜਾਂਦਾ, ਘਰ ਵੀ ਛੱਡ ਕੇ ਭੱਜ ਜਾਂਦਾ। ਇਸ ਸਥਿਤੀ ਦੇ ਵਿੱਚ ਮੈਂ ਮਤਲਬ ਰੇਹੜੀ ਵੀ ਲਾ, ਸਬਜ਼ੀ ਵੀ ਵੇਚ, ਚੌਂਕੀਦਾਰੀ ਵੀ ਕਰ। ਮਤਲਬ ਮੈਨੂੰ ਇੱਕ ਗੱਲ ਦਾ ਬਹੁਤ ਮਾਣ ਹੁੰਦਾ ਹੈ ਕਿ ਮੈਨੂੰ ਬਹੁਤ ਸਾਰੇ ਚੰਗੇ ਬੰਦੇ ਵੀ ਮਿਲੇ ਜਿਨ੍ਹਾਂ ਨੇ ਮੇਰੀ ਬਹੁਤ ਸਪੋਰਟ ਵੀ ਕੀਤੀ, ਬਹੁਤ ਸਪੋਰਟ ਕੀਤੀ। ਬਠਿੰਡੇ ਮੈਂ ਆਇਆ ਸੀਗਾ ਕੰਮ ਕਰਨ ਵਾਸਤੇ, ਉਸ ਥਾਂ ਦੇ ਉੱਤੇ ਮੈਨੂੰ ਇੱਕ ਐਡਵੋਕੇਟ ਮਨੋਹਰ ਲਾਲ ਬੰਸਲ ਜੀ ਮਿਲੇ। ਉਹਨਾਂ ਨੇ ਮਤਲਬ ਮੇਰੀ ਇੰਨੀ ਕੁ ਮਦਦ ਕੀਤੀ ਜਿਹਦਾ ਕੋਈ ਅੰਤ ਨਹੀਂ। ਮਤਲਬ ਉਹਨਾਂ ਨੇ ਮੈਨੂੰ, ਮੈਂ ਸਬਜ਼ੀ ਵੇਚਦਾ ਹੁੰਦਾ ਸੀ, ਉੱਤੇ ਸਬਜ਼ੀ ਵੇਚ ਕੇ ਮੈਂ ਇੱਕ ਟਾਈਪ ਕਾਲਜ ਸੀਗਾ, ਉਹ 'ਚ ਟਾਈਪ ਸਿੱਖਦਾ ਹੁੰਦਾ ਸੀ। ਮੈਂ ਕਿਸੇ ਤਰੀਕੇ ਨਾਲ ਵੀ ਅਪਲਿਫਟ ਹੋ ਜਾ, ਪੜ੍ਹ ਲਵਾਂ। ਤਾਂ ਉੱਥੋਂ ਮੈਂ ਮਤਲਬ ਉਹਨਾਂ ਕੋਲੇ ਪਹੁੰਚਿਆ ਤਾਂ ਉਹਨਾਂ ਨੇ ਮੈਨੂੰ ਜਿਹੜੇ ਸਾਡੇ FCI ਦੇ ਗਡਾਊਨ ਹੁੰਦੇ ਆ ਉਹਨਾਂ ਦੇ ਵਿੱਚ ਚੌਕੀਦਾਰੀ ਕਰਨ ਲਾਤਾ ਕਿ ਦਿਨ ਦਾ ਕੰਮ ਇੱਧਰ ਤੇ ਰਾਤ ਨੂੰ ਉੱਧਰ, ਭਾਈ ਦਿਹਾੜੀ ਦਾ ਆਪਣਾ ਜਿਹੜਾ ਨਾਲ ਦੀ ਨਾਲ ਮੈਂ ਉਹਨਾਂ ਨੂੰ ਆਪਣੀ ਇੱਛਾ ਜ਼ਾਹਰ ਕੀਤੀ ਸੀ ਕਿ ਸਰ ਮੈਂ ਪੜ੍ਹਨਾ ਚਾਹੁੰਦਾ। ਤਾਂ ਫਿਰ ਉਹਨਾਂ ਨੇ ਮੈਨੂੰ ਇਧਰਲੇ ਪਾਸੇ ਵੀ, ਹਾਂ ਤੂੰ ਇਧਰਲੇ ਪਾਸੇ ਨੂੰ ਆ, ਪੜ੍ਹਨ ਵਾਲੇ ਪਾਸੇ ਨੂੰ ਆ। ਇਸੇ ਕਰਕੇ ਮੈਂ ਕਹਿੰਦਾ ਕਿ ਮੇਰਾ +2 ਤੋਂ ਬਾਅਦ 5 ਸਾਲ ਦਾ ਗੈਪ ਹੈ ਔਰ 5 ਸਾਲ ਦੇ ਗੈਪ ਤੋਂ ਬਾਅਦ ਮੈਂ ਬੜੇ ਮੁਸ਼ਕਲ ਨਾਲ ਕੰਟੀਨਿਊ ਕੀਤਾ ਸੀਗਾ ਐਜੂਕੇਸ਼ਨ ਤੇ ਉਸ ਐਜੂਕੇਸ਼ਨ ਨੂੰ ਪੂਰਾ ਕੀਤਾ PhD ਤੱਕ। ਪਰ ਮਤਲਬ ਸਥਿਤੀ ਦਾ ਤਕਾਜ਼ਾ ਜਾਂ ਸਾਡੇ ਸਿਸਟਮ ਦਾ ਤਕਾਜ਼ਾ ਜਾਂ ਸਾਡੇ ਸਿਸਟਮ ਦੀ ਮਾਰ ਦੇਖ ਲਓ ਕਿ ਮੈਂ 2000 ਦਾ ਨੈਟ ਪਾਸ ਆਊਟ ਆ। 2004 ਦੇ ਵਿੱਚ ਜਿਹੜਾ PPSC ਨੇ ਟੈਸਟ ਲਿਆ ਸੀਗਾ ਉਹ ਪਾਸ ਆ ਜੀ। 2014 'ਚ ਮੈਂ ਡਿੱਗਦੇ ਟੈਂਦੇ ਨੇ ਡਾਕਟਰੇਟ ਕਰ ਲਈ, ਉਹ ਕਰਕੇ ਤੁਰਿਆ ਫਿਰਦਾ ਹਾਲੇ ਤੱਕ ਪ੍ਰਿੰਸ
ਮੈਂ ਪਰਮਨੈਂਟ ਜੌਬ ਇਹ 4 ਵਾਲਾ ਤਾਂ ਪੀਪੀਐਸਸੀ ਵਾਲਾ ਉਹ ਸਿੱਧੂ ਵਾਲਾ ਨਹੀਂ ਸੀਗਾ ਜਿਹੜਾ ਰਵੀ ਸਿੱਧੂ ਵਾਲਾ ਰਵੀ ਸਿੱਧੂ ਵਾਲਾ ਕੇਸ ਸੀਗਾ ਤੁਸੀਂ ਉਹ ਵੀ ਕਲੀਅਰ ਕੀਤਾ 2000 ਦੇ ਵਿੱਚ ਨੈਸ਼ਨਲ ਐਲੀਜੀਬਿਲਟੀ ਟੈਸਟ ਨੈਟ ਕਲੀਅਰ ਕੀਤਾ ਬਿਲਕੁਲ ਬਿਲਕੁਲ ਮੇਰੇ ਦਰਸ਼ਕੋ ਇਹ ਪਹਿਲੀ ਪੁਖਤਗੀ ਹੋਣੀ ਚਾਹੀਦੀ ਹੈ ਕਿ ਤੁਹਾਡਾ ਜੇ ਨੈਟ ਕਲੀਅਰ ਆ ਤਾਂ ਤੁਸੀਂ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਜਾਂ ਡਾਕਟਰੇਟ ਦੀ ਡਿਗਰੀ ਦੇ ਲਈ ਕਾਬਲ ਹੁੰਦੇ ਹੋ ਜਾਂ ਉਹਦੇ ਲਈ ਕਾਬਲ ਹੁੰਦੇ ਪ੍ਰੋਫੈਸਰ ਦੇ ਉਹਦੇ ਲਈ ਬੰਦਾ ਸਾਡੇ ਸਾਹਮਣੇ ਬੈਠਾ ਸੰਘਰਸ਼ ਦੀ ਗਾਥਾ ਕਿ 2000 ਦਾ ਨੈਟ ਕਲੀਅਰ ਕੀਤਾ ਹੋਇਆ ਤੇ ਪੀਪੀਐਸਸੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ 2004 ਦੀ ਕਲੀਅਰ ਕੀਤੀ ਹੋਈ ਹੈ ਤਾਂ ਇਦੋਂ ਵੱਧ ਹੋਰ ਤਰਾਸਦੀ ਕੀ ਹੋਏਗੀ ਬਾਈ ਸਾਹਿਤਕ ਸਫ਼ਰ ਵੱਲ ਆਉਂਦੇ ਕਿਉਂਕਿ ਸਾਡਾ ਮੁੱਖ ਜਿਹੜਾ ਧਾਰੀ ਪ੍ਰੋਗਰਾਮ ਹੈ ਸਾਹਿਤ ਕਿਉਂਕਿ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਵੀ ਦਿੰਦਾ ਹੈ ਦਸ਼ਾ ਵੀ ਦਿੰਦਾ ਹੈ ਤੁਹਾਡੀ ਜ਼ਿੰਦਗੀ ਦੇ ਸੰਘਰਸ਼ ਇਹਨਾਂ ਔਖੀਆਂ ਘੜੀਆਂ ਮੁਸ਼ਕਲਾਂ ਤੰਗੀਆਂ ਤੁਰਸ਼ੀਆਂ ਔਰ ਇਸ ਜ਼ਹਾਲਤ ਭਰੀ ਜ਼ਿੰਦਗੀ ਚੋਂ ਜ਼ਹੀਨ ਬਣਨ ਵੱਲ ਸਾਹਿਤ ਨੇ ਕਿਵੇਂ ਯੋਗਦਾਨ ਪਾਇਆ ਤੇ ਸਾਹਿਤਕ ਚੇਟਕ ਵੱਲ ਕਿਵੇਂ ਆਏ ਸਾਹਿਤਕ ਚੇਟਕ ਮੈਨੂੰ ਜਿਵੇਂ ਕਹਾਂ ਪੜ੍ਹਨ ਦਾ ਸ਼ੌਕ ਬਹੁਤ ਪਹਿਲਾਂ ਤੋਂ ਸੀ ਜੀ ਠੀਕ ਹੈ ਨਾ 5ਵੀਂ ਦੀਆਂ ਕਵਿਤਾਵਾਂ ਜੇ ਤੁਸੀਂ ਅੱਜ ਵੀ ਕਹੋ ਤਾਂ ਉਹ ਅੱਜ ਵੀ ਮੇਰੇ ਯਾਦ ਨੇ 8ਵੀਂ ਵਾਲੀਆਂ ਕਹਾਣੀਆਂ ਕਵਿਤਾਵਾਂ ਅੱਜ ਵੀ ਯਾਦ ਨੇ 10ਵੀਂ ਵਾਲੀਆਂ ਹੁਣ ਜਦੋਂ ਕਦੇ ਪੜ੍ਹਾਉਣੇ ਹੁੰਦੇ ਆ ਤਾਂ ਬੱਚਿਆਂ ਨੂੰ ਕਹਿੰਦੇ ਆ ਕਿ ਵੀ 10ਵੀਂ ਕਲਾਸ ਦੀ ਕਿਤਾਬ ਦੇ ਵਿੱਚ ਆਹ ਕਹਾਣੀ ਸੀ ਤੂਤਾਂ ਵਾਲਾ ਖੂਹ ਤੁਸੀਂ ਪੜ੍ਹਿਆ ਜੀ ਤਾਂ ਉਹਨਾਂ ਦੇ ਸ਼ਾਇਦ ਅੱਜ ਕੱਲ੍ਹ ਕਿਉਂਕਿ ਪੜ੍ਹਾਈ ਦਾ ਪੈਟਰਨ ਬਦਲ ਗਿਆ ਅੱਜ ਕੱਲ੍ਹ ਬੱਚੇ ਬਿਲਕੁਲ ਨਹੀਂ ਯਾਦ ਰੱਖਦੇ ਕਿ ਅਸਲ 'ਚ ਜਿਸ ਵੇਲੇ ਪ੍ਰਿੰਸ ਮੈਂ ਇਹਦੇ FCI ਦੇ ਵਿੱਚ ਨੌਕਰੀ ਕਰਦਾ ਸੀਗਾ ਉਸ ਵੇਲੇ ਮੇਰੇ ਕੋਲੇ ਰਾਤ ਨੂੰ ਟਾਈਮ ਵਿਹਲਾ ਹੁੰਦਾ ਸੀ ਕਿਉਂਕਿ ਚੌਕੀਦਾਰੀ ਕਰਨੀ ਹੁੰਦੀ ਸੀ ਤੇ ਜਾਗਣਾ ਹੁੰਦਾ ਸੀ ਜੀ ਇਹ ਨਹੀਂ ਹੁੰਦਾ ਸੀ ਕਿ ਸੁੱਤੇ ਰਹਿਣਾ ਤਾਂ ਉਸ ਵੇਲੇ ਮੈਨੂੰ ਬਹੁਤ ਸਾਰਾ ਲਿਟਰੇਚਰ ਪੜ੍ਹਨ ਦਾ ਮੌਕਾ ਮਿਲਿਆ ਔਰ ਦੂਸਰੀ ਗੱਲ ਇਹ ਵੀ ਕਿ ਉਸ ਵੇਲੇ ਜਿਹੜਾ ਸੇਵੇ ਵਾਲਾ ਕਾਂਡ ਹੋ ਗਿਆ ਸੀਗਾ ਪਹਿਲਾਂ ਮੈਂ ਬੱਚਾ ਸੀਗਾ ਉਸ ਜਿਹੜਾ ਕਾਂਡ ਨੇ ਉਸਨੇ ਸਿਆਣਾ ਕਰਤਾ ਮੈਨੂੰ ਪੜ੍ਹਨ ਦੀ ਇੱਕ ਤਰ੍ਹਾਂ ਨਾਲ ਲਾਲਸਾ ਵੀ ਹੋ ਗਈ ਇਹ ਵੀ ਅਗਰ ਮੈਂ ਪੜ੍ਹ ਲਿਆ ਤਾਂ ਕਿਸੇ ਨਾ ਕਿਸੇ ਪਾਸੇ ਸੈੱਟ ਹੋ ਜਾਊਗਾ ਜੇ ਨਾ ਪੜ੍ਹਿਆ ਤਾਂ ਮੈਂ ਸੈੱਟ ਨਹੀਂ ਹੋ ਸਕੂੰਗਾ ਤਾਂ ਉਹਦੇ ਵਿੱਚੋਂ ਲਿਟਰੇਚਰ ਬਹੁਤ ਸਾਰਾ ਪੜ੍ਹਿਆ ਉਸੇ ਵੇਲੇ ਸੰਤ ਰਾਮਦਾਸੀ ਉਸੇ ਵੇਲੇ ਪਾਸ਼ ਉਸੇ ਵੇਲੇ ਜਸਵੰਤ ਕਮਲ ਉਸੇ ਵੇਲੇ ਗੁਰਦਿਆਲ ਸਿੰਘ ਰਾਹੀ ਉਸੇ ਵੇਲੇ ਪ੍ਰੇਮ ਪ੍ਰਕਾਸ਼ ਮਤਲਬ ਉਸ ਵੇਲੇ ਬਹੁਤ ਸਾਰਾ ਰੂਸੀ ਸਾਹਿਤ ਵੀ ਪੜ੍ਹਿਆ ਬਹੁਤ ਸਾਰਾ ਪੰਜਾਬੀ ਸਾਹਿਤ ਵੀ ਪੜ੍ਹਿਆ ਬਹੁਤ ਸਾਰਾ ਮੁਨਸ਼ੀ ਪ੍ਰੇਮ ਚੰਦ ਹੋਰਾਂ ਨੂੰ ਮੈਂ ਜਾਣਦਾ ਨਹੀਂ ਸੀ ਉਸ ਵੇਲੇ ਪੜ੍ਹਿਆ ਜੀ ਬਹੁਤ ਸਾਰੇ ਸਾਹਿਤਕਾਰ ਉਸ ਵੇਲੇ ਪੜ੍ਹੇ ਤੇ ਉਸ ਵੇਲੇ ਫਿਰ ਹੌਲੀ ਹੌਲੀ ਇਹ ਹੋ ਗਿਆ ਕਿ ਆਪਣੇ ਆਪ ਨੂੰ ਵੀ ਐਂ ਲੱਗ ਵੀ ਆਹ ਕਰੀਏ ਆਪਾਂ ਪਹਿਲਾਂ ਜਿਹੜਾ ਮੈਂ ਅਜਮਾਇਸ਼ ਕੀਤੀ ਸੀ ਤਾਂ ਉਹ ਇੱਕ ਤਰ੍ਹਾਂ ਨਾਲ ਕਹਾਣੀ ਲਿਖਣ ਦੀ ਅਜਮਾਇਸ਼ ਕੀਤੀ ਸੀ ਮੇਰੇ ਪ੍ਰੋਫੈਸਰ ਰੁਪਿੰਦਰ ਮਾਨ ਸੀਗੇ ਫਰੀਦਕੋਟ ਕਾਲਜ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਐਕਸੀਡੈਂਟ ਦੇ ਵਿੱਚ ਉਸ ਵਕਤ ਉਹ ਲੁਧਿਆਣੇ ਕਾਲਜ ਦੇ ਵਿੱਚ ਸੀ ਜਦੋਂ ਪੂਰੇ ਹੋਏ ਹਾਂਜੀ ਤਾਂ ਉਹਨਾਂ ਦੀ ਇੱਕ ਜਦੋਂ ਮੈਂ ਗ੍ਰੈਜੂਏਸ਼ਨ ਦੇ ਵਿੱਚ ਗਿਆ ਗ੍ਰੈਜੂਏਸ਼ਨ ਦੇ ਵਿੱਚ ਉਹ ਇੱਕ ਕੰਧ ਪੱਤਰਿਕਾ ਚਲਾਉਂਦੇ ਸੀ ਔਰ ਖੁਸ਼ਕਿਸਮਤੀ ਦੇਖੋ ਕਿ ਮੈਂ ਕੁਝ ਨਹੀਂ ਲਿਖਦਾ ਹੁੰਦਾ ਸੀ ਪਰ ਕੰਧ ਪੱਤਰਿਕਾ ਦਾ ਉਹਨਾਂ ਨੇ ਉਹਨੂੰ ਸੰਪਾਦਕ ਬਣਾ ਲਿਆ ਸੀ ਸਿਰਫ ਇਸ ਕਰਕੇ ਕਿ ਸੀਰੀਅਸ ਹੈ ਤੂੰ ਕੰਮ ਕਰਦਾ ਤਾਂ ਉਸ ਵੇਲੇ ਜਿਹੜੀਆਂ ਕਵਿਤਾਵਾਂ ਆਉਂਦੀਆਂ ਹੁੰਦੀਆਂ ਸੀਗੀਆਂ ਉਹਨਾਂ ਕਵਿਤਾਵਾਂ ਦੇ ਵਿੱਚ ਮੈਂ ਵੀ ਲਿਖਦਾ ਹੁੰਦਾ ਸੀ ਮੈਂ ਚਾਹੂੰਗਾ ਕਿ ਕਿਸੇ ਵੰਨਗੀ ਨੂੰ ਆਪਾਂ ਦਰਸ਼ਕਾਂ ਨਾਲ ਸਾਂਝ ਪਾਈਏ ਬਿਲਕੁਲ ਜਿਹੜਾ ਹੈਗਾ ਮੈਂ ਤੁਹਾਨੂੰ ਦੱਸਦਾ ਕਿ ਖਾਸ ਤੌਰ ਤੇ ਗ੍ਰੈਜੂਏਸ਼ਨ ਦੇ ਵਿੱਚ ਮੇਰੀਆਂ ਬਹੁਤ ਸਾਰੀਆਂ ਜਿਹੜੀਆਂ ਕਵਿਤਾਵਾਂ ਜਾਂ ਗਜ਼ਲਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪਦੀਆਂ ਨੋ ਕੀ ਬਾਤ ਹੈ ਪੰਜਾਬੀ ਟ੍ਰਿਬਿਊਨ ਦੇ ਵਿੱਚ ਉਸ ਵੇਲੇ ਛਪਦੀਆਂ ਹੁੰਦੀਆਂ ਸੀਗੀਆਂ ਤਾਂ ਉਸ ਤੋਂ ਬਾਅਦ ਬਹੁਤ ਲੰਬਾ ਸਮਾਂ ਕਿਉਂਕਿ ਮੈਂ ਆ ਗਿਆ ਵਿਦਵਾਨੀ ਵੱਲ ਨੂੰ ਆ ਗਿਆ ਮੈਨੂੰ ਐਸੇ ਪੜ੍ਹ ਕੇ ਛੇਤੀ ਸੈੱਟ ਹੋ ਲਵਾਂ ਤਾਂ ਉਧਰਲੇ ਪਾਸੇ ਨਹੀਂ ਹੋਇਆਗਾ ਹੋਵੇਂ ਤੁਰਿਆ ਫਿਰਦਾ ਤਾਂ ਹੌਲੀ ਹੌਲੀ ਕੀ ਹੋਏਗਾ ਪ੍ਰਿੰਸ ਕਿ ਇੱਕ ਨਾ ਜਿਹੜਾ ਲਿਟਰੇਚਰ ਆ ਉਹ ਮੈਂ ਸਮਝਦਾ ਫਰਾਇਡ ਕਹਿੰਦਾ ਵੀ ਇੱਕ ਡਿਪਰੈਸ਼ਨ ਦੇ ਵਿੱਚੋਂ ਨਿਕਲਦਾ ਇਹ ਇੱਕ ਮਤਲਬ ਜਲਾਲਤ ਦੇ ਵਿੱਚੋਂ ਨਿਕਲਦਾ ਇੱਕ ਮਾੜੀ ਹਾਲਤ ਵਿੱਚ ਉਸੇ ਤਰੀਕੇ ਨਾਲ ਜਿਵੇਂ ਮੈਂ ਡਰੈਗ ਹੁੰਦਾ ਗਿਆ ਉਵੇਂ ਵੱਖਰੀਆਂ ਚੀਜ਼ਾਂ ਮੇਰੇ ਕੋਲੇ ਆਉਂਦੀਆਂ ਗਈਆਂ ਇਹ ਨਾਵਲ ਜੇ ਤੁਸੀਂ ਇਹ ਨਾਵਲ ਦੇਖੋਗੇ ਇਹ ਨਾਵਲ ਖਿਆਮ ਹੈ ਇਸ ਨਾਵਲ ਦੇ ਵਿੱਚ ਕੀ ਹੈ ਕਿ ਮੈਂ ਇੱਕ ਕੁੜੀ ਨੂੰ ਦੇਖਿਆ ਕਿ ਇੱਕ ਕੁੜੀ ਨੂੰ ਉਹਦੀ ਮਾਂ ਕਿਸ ਤਰੀਕੇ ਨਾਲ ਕੈਪੇਬਲ ਬਣਾ ਸਕਦੀ ਆ ਭਾਵੇਂ ਹਾਲਾਤ ਕੋਈ ਵੀ ਹੋਣ ਇਹਨਾਂ ਸਥਿਤੀਆਂ ਦੇ ਵਿੱਚ ਤਾਂ ਇਹ ਨਾਵਲ ਜਿਹੜਾ ਹੈ ਕਿੱਥੋਂ ਆਇਆ ਮੇਰੇ ਦਿਮਾਗ ਦੇ ਵਿੱਚ ਜਦੋਂ ਛੋਟੇ ਹੁੰਦੇ ਸੀਗੇ ਤਾਂ ਉਸ ਵੇਲੇ ਜਿਹੜੇ ਸਾਡੇ ਬਾਰ-ਬਾਰ ਵਾਲ ਕਟਿੰਗ ਕਰਨ ਵਾਲੇ ਹੁੰਦੇ ਜਿਹੜੇ ਉਹਨਾਂ ਦੀ ਇੱਕ ਤਸਵੀਰ ਲੱਗੀ ਹੁੰਦੀ ਸੀ ਇੱਕ ਤਾਂ ਸੋਹਣੀ ਮਾਈਵਾਲ ਦੀ ਲੱਗੀ ਹੁੰਦੀ ਸੀ ਇੱਕ ਹੋਰ ਸੁਰਾਹੀ ਜੀ ਵਾਲੀ ਲੱਗੀ ਹੁੰਦੀ ਸੀਗੀ ਉਹ ਤਸਵੀਰ ਸੀਗੀ ਉਹਨਾਂ ਤਸਵੀਰਾਂ ਦੀ ਕਲਪਨਾ ਕੀਤੀ ਮੈਂ ਤੇ ਕਲਪਨਾ ਕਰਨ ਤੋਂ ਬਾਅਦ ਕੀ ਹੈ ਕਿ ਇਹ ਨਾਵਲ ਮੇਰੇ ਕੋਲੇ ਬਣ ਗਿਆ ਮੇਰੇ ਕੋਲੇ ਉਮਰ ਖਿਆਮ ਦੀ ਹਲਕੀ ਕਹਾਣੀ ਸੀਗੀ ਤੇ ਉਸ ਦੋਨਾਂ ਪਾਤਰਾਂ ਨੂੰ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਲਿਆ ਕੇ ਬਿਠਾਇਆ ਹੋਇਆ ਤੇ ਆ ਜਿਹੜਾ ਮੇਰਾ ਸ਼ੁਰੂ ਹੋਇਆ ਕਵਿਤਾ ਦਾ ਬਹੁਤ ਲੰਬੇ ਸਮੇਂ ਬਾਅਦ ਇਹ ਜਿਹੜਾ ਸਾਡਾ ਅੰਦੋਲਨ ਸ਼ੁਰੂ ਹੋਇਆ ਜੀ
ਇਸ ਅੰਦੋਲਨ ਨੇ ਮੇਰੇ ਅੰਦਰ ਸੁੱਤੀ ਪਈ ਕਵਿਤਾ ਨੂੰ ਦੁਬਾਰਾ ਜਗਾਤਾ। ਅਦਰਵਾਈਜ਼ ਕੀ ਹੈ, ਉਸ ਤੋਂ ਬਾਅਦ ਮੈਂ ਇਹ ਜਿਹੜਾ ਮਹਾਨ ਕਿਸਾਨੀ ਅੰਦੋਲਨ ਚੱਲਿਆ, ਬਿਲਕੁਲ ਇਸ ਕਿਸਾਨੀ ਅੰਦੋਲਨ ਨੇ ਮੇਰੀ ਕਵਿਤਾ ਨੂੰ ਦੁਬਾਰਾ ਜਿਉਂਦੀ ਕਰ ਦਿੱਤਾ। ਨਹੀਂ ਤਾਂ ਮੈਂ ਇਹ ਹੋ ਗਿਆ ਸੀ ਕਿ ਮੈਂ ਬਸ ਫਿਲਾਸਫਰ ਪੜ੍ਹਨੇ ਆ, ਥਿੰਕਰ ਪੜ੍ਹਨੇ ਆ, ਆਲੋਚਨਾ ਦਾ ਕੋਈ ਨਾ ਕੋਈ ਖੋਜ ਪੇਪਰ ਲਿਖਣਾ ਹੈ, ਉਹ ਜਿਹੜੀਆਂ ਉਸ ਤਰ੍ਹਾਂ ਦੀਆਂ ਕਿਤਾਬੀ ਗੱਲਾਂ ਨੇ ਉਹਨਾਂ ਨੂੰ ਸਾਹਮਣੇ ਲੈ ਕੇ ਆਉਣਾ। ਪਰ ਜਦੋਂ ਅੰਦੋਲਨ ਚੱਲਿਆ ਤਾਂ ਇਸ ਅੰਦੋਲਨ ਨੇ ਮੇਰੇ ਅੰਦਰ ਇੱਕ ਨਵੀਂ ਤਰ੍ਹਾਂ ਦੀ ਚਿੰਗ ਗਵਾ ਲਈ। ਆਓ ਆਪਾਂ ਪਹਿਲਾਂ ਸਾਂਝ ਪਾਈਏ, ਸਾਂਝ ਤੋਂ ਬਾਅਦ ਫਿਰ ਆਪਾਂ ਬਿਲਕੁਲ ਕਿਉਂਕਿ ਵਕਤ ਸਾਨੂੰ ਪਾਬੰਦੀ ਦੇ ਵਿੱਚ ਰੱਖਣਾ। ਤੁਹਾਨੂੰ ਇੱਕ ਸੁਣਾਉਣਾ ਹੈ ਕਿ ਮੈਂ ਕਿੱਕਰ ਦਾ ਜਾਤੂ, ਮੈਂ ਕਿੱਕਰ ਦਾ ਜਾਤੂ, ਸ਼ਾਇਰੀ ਨਹੀਂ ਕਰਦਾ, ਗੰਦੀਆਂ ਇਹ ਸਰਕਾਰਾਂ ਤੋਂ ਵੀ ਨਹੀਂ ਡਰਦਾ, ਜਜ਼ਬਿਆਂ ਵਾਲਿਓ ਤੁਹਾਡੇ ਮੂਹਰੇ ਪਰਦਾ ਕੀ, ਮੈਂ ਜਜ਼ਬਾ ਆਜ਼ਾਦੀ ਹਾਂ ਮੈਂ ਨਹੀਂ ਮਰਦਾ, ਮੈਂ ਜਜ਼ਬਾ ਆਜ਼ਾਦੀ ਹਾਂ ਮੈਂ ਨਹੀਂ ਮਰਦਾ। ਵਾਹ। ਮੈਂ ਕਿੱਕਰ ਦਾ ਜਾਤੂ, ਸ਼ਾਇਰੀ ਨਹੀਂ ਕਰਦਾ, ਹੱਕ ਜੀਣ ਦਾ ਮੈਂ ਵੀ ਰੱਖਾਂ, ਧੁਰ ਤੋਂ ਨੱਪੀ ਰੱਖਿਆ ਏ, ਲਾਲ ਕਿਲੇ ਦੀ ਕੁਰਸੀ ਨੇ ਹਰ ਰਾਜਾ ਗੱਪੀ ਰੱਖਿਆ ਏ। ਵਾਹ ਕੀ ਬਾਤ ਹੈ। ਮੈਂ ਤੂਫਾਨ ਹਾਂ ਚੜ ਕੇ ਆਇਆ, ਨੇਰੀ ਦਾ ਨਹੀਂ ਕਰਦਾ, ਮੈਂ ਕਿੱਕਰ ਦਾ ਜਾਤੂ, ਸ਼ਾਇਰੀ ਨਹੀਂ ਕਰਦਾ, ਕਿਉਂਕਿ ਕਿੱਕਰ ਦੇ ਜਾਤੂਆਂ ਨੇ ਤਾਂ ਸਿੱਧਾ ਵੱਜਣਾ ਹੁੰਦਾ, ਜਾ ਕੇ ਸ਼ਾਇਰੀਆਂ ਨਹੀਂ ਕਰਨੀਆਂ ਉਹਨਾਂ ਨੇ। ਮੈਂ ਉਸ ਬਹਿਰ ਦੇ ਵਿੱਚ ਵੀ ਹੋ ਸਕਦਾ ਨਾ ਹੋਵਾਂ, ਪਰ ਮੇਰੀ ਸ਼ਾਇਰੀ ਦੇ ਵਿੱਚ ਇੱਕ ਇਹ ਹੈ ਕਿ ਮੇਰਾ ਸਰਕਾਰ ਪ੍ਰਤੀ ਜਾਂ ਸਾਡੇ ਸਿਸਟਮ ਪ੍ਰਤੀ ਜਾਂ ਸਾਡੇ ਸਮਾਜਿਕ ਸੰਸਥਾਵਾਂ ਪ੍ਰਤੀ ਇਸ ਤਰ੍ਹਾਂ ਦਾ ਗੁੱਸਾ ਕਿ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬੈਲੈਂਸ ਕੀਤਾ ਜਾਵੇ। ਜਿਹੜਾ ਸਾਡਾ ਸਮਾਜਿਕ ਅਸੰਤੁਲਨ ਹੈ, ਮੈਨੂੰ ਬੜਾ ਮਤਲਬ ਇਸ ਚੀਜ਼ ਨੇ, ਮੈਂ ਤੁਹਾਨੂੰ ਦੱਸਦਾ ਪ੍ਰਿੰਸ ਜੀ ਕਿ ਜਿਹੜਾ ਇਸ ਤੋਂ ਪਹਿਲਾਂ ਇੱਕ ਅਧਿਆਪਕਾਂ ਦਾ ਅੰਦੋਲਨ ਚੱਲਿਆ ਸੀ ਪਟਿਆਲੇ ਦੇ ਵਿੱਚ, ਉਸ ਦਾ ਧਰਨਾ ਲੱਗਿਆ ਸੀ। ਮੈਨੂੰ ਉਸ ਵੇਲੇ ਇਸ ਗੱਲ ਦੀ ਬੜੀ ਆਸ ਬੱਝੀ ਸੀ ਕਿ ਅਧਿਆਪਕ ਆਏ ਨੇ ਤੇ ਅਧਿਆਪਕ ਸਾਡੇ ਸਮਾਜ ਦਾ ਬਹੁਤ ਜ਼ਿਆਦਾ ਅਗਾਂਹ ਵਧੂ ਵਰਗ ਹੁੰਦਾ, ਬੁੱਧੀਜੀਵੀ ਵਰਗ ਹੁੰਦਾ, ਇਹ ਸਮਾਜ ਨੂੰ ਤੋਰੂਗਾ, ਸਮਾਜ ਨੂੰ ਬਦਲੂਗਾ। ਕਿਉਂਕਿ ਸਾਡੇ ਪੰਜਾਬ ਦੇ ਵਿੱਚ ਲਗਾਤਾਰ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ, ਜਵਾਕ ਆ ਜਿਹੜੇ ਸਾਡੇ ਨੌਜਵਾਨ ਆ ਉਹ ਪ੍ਰਵਾਸ ਕਰੀ ਜਾਂਦੇ ਆ, ਪੜ੍ਹਨ ਲਿਖਣ ਵੱਲ ਕਿਸੇ ਦਾ ਧਿਆਨ ਨਹੀਂ, ਖੇਤੀ ਲਗਾਤਾਰ ਖਤਮ ਹੋ ਰਹੀ ਹੈ। ਤਾਂ ਉਸ ਅੰਦੋਲਨ ਨੇ ਮੇਰੇ ਮਨ ਦੇ ਵਿੱਚ ਇੱਕ ਬਹੁਤ ਵੱਡੀ ਆਸ ਬੰਨ੍ਹੀ ਸੀਗੀ। ਪਰ ਜਦੋਂ ਉਹ ਅੰਦੋਲਨ ਇੱਕ ਤਰੀਕੇ ਨਾਲ ਖਤਮ ਹੋ ਗਿਆ ਜਾਂ ਕਿਸੇ ਤਰੀਕੇ ਨਾਲ ਮੱਠਾ ਪੈ ਗਿਆ ਤਾਂ ਉਸ ਤੋਂ ਬਾਅਦ ਮੈਨੂੰ ਫਿਰ ਐਂ ਲੱਗਣ ਗਿਆ ਵੀ ਨਹੀਂ। ਪਰ ਕਿਸਾਨੀ ਅੰਦੋਲਨ ਨੇ ਜਿਸ ਤਰ੍ਹਾਂ ਦਾ ਇਤਿਹਾਸ ਰਚਿਆ ਹੈ ਉਹ ਆਪਣੇ ਵਿੱਚ ਆਪ ਵਿੱਚ ਬਹੁਤ ਵੱਡਾ ਹੈ। ਇਹਦੀ ਕਵਿਤਾ ਜਦੋਂ ਮੈਂ ਲਿਖੀ ਸੀਗੀ ਉਹ ਸੀਗਾ ਕਿ ਜਦੋਂ ਕਿਸਾਨਾਂ ਦਾ ਐਂ ਲੱਗਦਾ ਸੀ ਕਿ ਪਤਾ ਨਹੀਂ ਕੀ ਹੋਊਗਾ ਕੀ ਨਹੀਂ ਹੋਊਗਾ, ਉਸ ਵੇਲੇ ਸੀਗਾ ਅੜੇ ਰਹਾਂਗੇ ਖੜੇ ਰਹਾਂਗੇ, ਸੁਣ ਲੈ ਦਿੱਲੀਏ ਮੁੜਦੇ ਨਹੀਂ, ਹੱਕ ਲੈਣ ਲਈ ਚੜੇ ਕਾਫਲੇ, ਹੱਕ ਲੈਣ ਲਈ ਚੜੇ ਕਾਫਲੇ ਵਧੀ ਜਾਂਦੇ ਨੇ ਥੁੜਦੇ ਨਹੀਂ, ਅੜੇ ਰਹਾਂਗੇ ਖੜੇ ਰਹਾਂਗੇ, ਸੁਣ ਲੈ ਦਿੱਲੀਏ ਮੁੜਦੇ ਨਹੀਂ। ਪਿਆਰੇ ਦਰਸ਼ਕੋ, ਅਸੀਂ ਜ਼ਰੂਰ ਮੁੜਾਂਗੇ ਕਿਉਂਕਿ ਵਕਤ ਇੱਕ ਵਕਫੇ ਦਾ ਹੋਇਆ, ਇੱਕ ਬ੍ਰੇਕ ਦਾ ਹੋਇਆ, ਅਸੀਂ ਜ਼ਰੂਰ ਮੁੜਾਂਗੇ। ਤੇ ਇਸ ਜਦੋਂ ਮੂੜਾ ਪਾਵਾਂਗੇ ਤਾਂ ਡਾਕਟਰ ਰਵਿੰਦਰ ਸਿੰਘ ਰਵੀ ਹੋਰਾਂ ਦੇ ਨਾਲ ਸਾਹਿਤਕ ਸਫ਼ਰ ਤੇ ਸਾਹਿਤਕ ਤੰਦਾਂ ਦੀ ਇਸ ਤੰਦ ਨੂੰ ਹੋਰ ਗੂੜਾ ਹੋਰ ਪੀੜਾ ਕਰਾਂਗੇ। ਬਣੇ ਰਹੋ ਜਸ ਟੀਵੀ ਦੇ ਨਾਲ। ਬ੍ਰੇਕ ਤੋਂ ਬਾਅਦ ਮੁੜ ਤੁਹਾਡਾ ਸਵਾਗਤ ਪ੍ਰੋਗਰਾਮ ਸਾਹਿਤਕ ਤੰਦਾਂ ਦੇ ਵਿੱਚ। ਤੇ ਸਾਹਿਤ ਦੀ ਅੱਜ ਤੰਦ ਜਿਹੜੀ ਜੋੜੀ ਹੈ ਡਾਕਟਰ ਰਵਿੰਦਰ ਸਿੰਘ ਰਵੀ ਹੋਰਾਂ ਨੇ ਜੋੜੀ ਹੈ। ਪਿਆਰੇ ਦਰਸ਼ਕੋ, ਮੈਂ ਇਸ ਗੱਲ ਨੂੰ ਮਾਣ ਦੇ ਨਾਲ ਕਹਿਣਾ ਕਿ ਜਿਹੜੇ ਮਹਿਮਾਨ ਦੀ ਸਾਂਝ ਤੁਹਾਡੇ ਨਾਲ ਪਵਾਈ ਹੈ, ਇਹਨਾਂ ਵਰਗੇ ਲੋਕਾਂ ਦਾ ਸੱਚਮੁੱਚ ਅੱਗੇ ਆਉਣਾ ਬਹੁਤ ਜ਼ਰੂਰੀ ਹੈ, ਤੁਹਾਡੇ ਸਾਹਮਣੇ ਮੁਖਾਤਿਬ ਹੋਣਾ। ਕਿਉਂਕਿ ਅੱਗੇ ਤਾਂ ਇਹ ਆਪਣੇ ਸਿਰੜ, ਆਪਣੇ ਸਿੱਧਕ, ਆਪਣੇ ਜਜ਼ਬੇ, ਆਪਣੀ ਮਿਹਨਤ ਨਾਲ ਆਏ ਹੋਏ ਨੇ, ਪਰ ਸਾਂਝ ਪੈਣੀ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜੇ ਵਿਦੇਸ਼ਾਂ ਦੀ ਧਰਤੀ ਤੇ ਹਜ਼ਾਰਾਂ ਮੀਲ ਦੂਰ ਤੁਸੀਂ ਬੈਠੇ ਹੋ, ਤੁਹਾਨੂੰ ਪਤਾ ਲੱਗੇ ਕਿ ਉਹ ਪੰਜਾਬ ਨਹੀਂ ਹੈ ਜਿਹੜਾ ਪੰਜਾਬ ਲੀਡਰਾਂ ਦੀਆਂ ਸਿਆਸੀ ਰੈਲੀਆਂ ਦੇ ਵਿੱਚੋਂ, ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਦੇ ਵਿੱਚੋਂ, ਉਹਨਾਂ ਦੁਆਰਾ ਕੀਤੇ ਜਾਂਦੇ ਵੱਡੇ ਵੱਡੇ ਦਾਅਵਿਆਂ ਦੇ ਵਿੱਚੋਂ ਦਿਖਾਇਆ ਜਾਂਦਾ ਜਾਂ ਨੌਜਵਾਨ ਉਹ ਨਹੀਂ। ਨੌਜਵਾਨ ਇਹ ਵੀ ਹੈਨਗੇ ਜਿਨ੍ਹਾਂ ਨੇ ਜਿਸਮ ਤੇ ਬੜਾ ਕੁਝ ਝੱਲ ਲਿਆ, ਬੜਾ ਕੁਝ ਝੱਲ ਕੇ ਤੇ ਫਿਰ ਉਹ ਉੱਠੇ ਦੁਬਾਰਾ ਤੇ ਉੱਠੇ ਆਪਣੇ ਸਿਦਕ ਦੇ ਨਾਲ ਤੇ ਆਪਣੇ ਆਪ ਨੂੰ ਜ਼ਿੰਦਗੀ ਦੇ ਮੂਹਰੇ ਡਾ ਕੇ ਖੜਾ ਕੀਤਾ ਕਿ ਹਾਂ ਅਸੀਂ ਜ਼ਿੰਦਗੀ ਨੂੰ ਅੱਗੇ ਲਾ ਕੇ ਚੱਲਣਾ, ਜ਼ਿੰਦਗੀ ਦੇ ਪਿੱਛੇ ਲਾ ਕੇ ਨਹੀਂ ਚੱਲਣਾ। ਆਓ ਤਾਂ ਮੁੜ ਸਾਂਝ ਪਾਉਂਦੇ ਡਾਕਟਰ ਰਵਿੰਦਰ ਰਵੀ ਹੋਰਾਂ ਨਾਲ। ਰਵੀ ਸਾਹਿਬ ਦੁਬਾਰਾ ਤੋਂ ਸਵਾਗਤ ਹੈ ਤੁਹਾਡਾ। ਤੁਹਾਡੇ ਸਾਹਿਤ ਦੇ ਸਫ਼ਰ ਦੇ ਜ਼ਿਕਰ, ਤੁਹਾਡੇ ਅੰਦੋਲਨ ਦੀਆਂ ਕਵਿਤਾਵਾਂ ਦਾ ਜ਼ਿਕਰ, ਆਓ ਸਿੱਧਾ ਤੌਰ ਦੇ ਉੱਤੇ ਤੁਸੀਂ ਤੇ ਤੁਹਾਡੇ ਦਰਸ਼ਕ। ਥੈਂਕ ਯੂ ਪ੍ਰਿੰਸ ਜੀ। ਇਹ ਅੰਦੋਲਨ ਜਦੋਂ ਸ਼ੁਰੂ ਹੋਇਆ ਸੀਗਾ ਤਾਂ ਇਸ ਅੰਦੋਲਨ ਦਾ ਜਿਹੜਾ ਪਹਿਲਾ ਇੱਕ ਤਰ੍ਹਾਂ ਨਾਲ ਨਗਾਰਾ ਵੱਜਿਆ ਸੀ ਉਹ ਪਟਿਆਲੇ ਦੇ ਵਿੱਚ ਵੱਜਿਆ ਸੀ ਜੀ। ਪਟਿਆਲੇ ਦੇ ਵਿੱਚ ਇਹ ਜਥੇਬੰਦੀਆਂ ਬਹੁਤ ਸਾਰੀਆਂ ਸੀ, 31-32 ਜਥੇਬੰਦੀਆਂ ਸੀਗੀਆਂ। ਮੈਂ ਦਿੱਲੀ ਦਾ ਵੀ ਭਰਮਣ ਕੀਤਾ ਜਦੋਂ ਇਹ ਚੱਲਿਆ ਸੀਗਾ, ਮੈਂ ਵਿੱਚ ਉਸ ਤਰੀਕੇ ਨਾਲ ਤਾਂ ਸ਼ਾਮਲ ਨਹੀਂ ਹੋ ਸਕਿਆ, ਪਰ ਇੱਕ ਸੰਵੇਦਨਸ਼ੀਲ ਮਨੁੱਖ ਹੋਣ ਦੇ ਨਾਤੇ ਮੈਂ ਇਸ ਥਾਂ ਦੇ ਉੱਤੇ ਬੜੇ ਵਾਰ ਗੇੜੇ ਮਾਰੇ। ਤਾਂ
ਇਹ ਜਦੋਂ ਦੁੱਖ ਨਿਵਾਰਨ ਗੁਰਦੁਆਰੇ ਦੇ ਕੋਲੇ ਆ ਕੇ ਪੁੱਡਾ ਮੈਦਾਨ ਦੇ ਵਿੱਚ ਆ ਕੇ ਇਹਨਾਂ ਨੇ ਆਪਣਾ ਡੇਰਾ ਲਾਇਆ ਸੀਗਾ, ਉਸ ਸਾਰੇ ਨੂੰ ਤੱਕ ਕੇ ਮੈਂ ਇੱਕ ਕਵਿਤਾ ਲਿਖੀ ਸੀਗੀ। ਉਹ ਹੈਗੀ ਹੈ ਕਵਿਤਾ ਸੰਘਰਸ਼। ਵਿੱਚ ਪੰਜਾਬ ਸੰਘਰਸ਼ ਹੈ ਭਖਿਆ, ਵਿੱਚ ਪੰਜਾਬ ਸੰਘਰਸ਼ ਹੈ ਭਖਿਆ, ਭਖਿਆ ਹੈ ਕਿਸਾਨਾਂ ਦਾ, ਹਿੱਸਾ ਵੱਡਾ ਆ ਰਲਿਆ ਹੈ ਇਹਦੇ ਵਿੱਚ ਜਵਾਨਾਂ। ਹਾਲਤ ਕੀ ਸੀ ਕਿ ਇਸ ਤੋਂ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਨੌਜਵਾਨ ਨਸ਼ੈੜੀ ਹੋ ਗਏ, ਪੰਜਾਬ ਦੇ ਨੌਜਵਾਨ ਤਾਂ ਖਤਮ ਹੋ ਗਏ, ਪੰਜਾਬ ਦੇ ਨੌਜਵਾਨ ਤਾਂ ਚਲੇ ਗਏ। ਪਰ ਇਸ ਆ ਕੇ ਕੀ ਇਹ ਲੱਗਿਆ ਸੀ ਕਿ ਪੰਜਾਬ ਦੇ ਨੌਜਵਾਨ ਬਹੁਤ ਵੱਡੀ ਵਿੱਚ ਗਿਣਤੀ 'ਚ ਆ ਗਏ। ਕਹਿੰਦਾ ਕੀ ਆ, ਪੱਗ ਬਸੰਤੀ ਮੋਢੇ ਡਾਂਗਾ ਮੁਰਦਾਬਾਦ ਦੇ ਨਾਰੇ ਨੇ, ਭੁਗਤ ਸਵਾਰਨੀ ਸਰਕਾਰਾਂ ਦੀ ਦਿਨੇ ਦਿਖਾਉਣੇ ਤਾਰੇ ਨੇ, ਭਾਰ ਬੜਾ ਹੈ ਮੋਢਿਆਂ ਉੱਤੇ ਕੁਰਸੀ ਦੇ ਸ਼ੈਤਾਨਾਂ ਦਾ, ਹਿੱਸਾ ਵੱਡਾ ਆ ਰਲਿਆ ਹੈ ਇਹਦੇ ਵਿੱਚ ਜਵਾਨਾਂ ਦਾ। ਕਹਿੰਦਾ ਭਗਤੂ ਆਣੇ ਜੰਮੀ ਬਿੰਦੂ, ਬਿੰਦੂ ਸਾਡੀ ਜਿਹੜੀ ਜੰਮੀ ਬਿੰਦੂ ਔਰਤਾਂ ਦੀ ਆਗੂ, ਭਗਤੂ ਆਣੇ ਜੰਮੀ ਬਿੰਦੂ ਕਰੇ ਸੰਬੋਧਨ ਲੋਕਾਂ ਨੂੰ, ਮੋਦੀ ਦੇ ਕੱਖ ਪੱਲੇ ਹੈ ਨਹੀਂ ਇਹ ਪਾਲਦਾ ਜੋਕਾਂ ਨੂੰ, ਬਾਦਲ ਦੇ ਵਿੱਚ ਸੇਵੇ ਵਾਲਾ ਸਾਥੀ ਹੈ ਇਨਸਾਨਾਂ ਦਾ, ਹਿੱਸਾ ਵੱਡਾ ਆ ਰਲਿਆ ਹੈ ਇਹਦੇ ਵਿੱਚ ਜਵਾਨਾਂ ਦਾ, ਵਿੱਚ ਪੰਜਾਬ ਸੰਘਰਸ਼ ਹੈ ਭਖਿਆ, ਭਖਿਆ ਹੈ ਕਿਰਸਾਨਾਂ ਦਾ। ਇਹ ਕਵਿਤਾ ਬਹੁਤ ਲੰਬੀ ਹੈ, ਇਹਦੀਆਂ ਅਗਲੀ ਤੁਹਾਨੂੰ ਮੈਂ ਹੋਰ ਸੁਣਾਵਾਂਗਾ। ਇਸ ਸੰਘਰਸ਼ ਨੇ ਇੱਕ ਤਰੀਕੇ ਨਾਲ ਪ੍ਰਿੰਸ ਜੇ ਮੈਂ ਕਹਾਂ ਤਾਂ ਮੇਰੀ ਕਲਮ ਨੂੰ ਦੁਬਾਰਾ ਪੁਨਰ ਜੀਵਤ ਕੀਤਾ ਜਾਂ ਉਹਨੂੰ ਨਵਾਂ ਹੁਲਾਰਾ ਦਿੱਤਾ, ਬੜੀ ਤਾਕਤ ਬਖਸ਼ੀ ਹੈ। ਸਥਿਤੀ ਇਹ ਸੀ ਕਿ ਕਿਸੇ ਵੇਲੇ ਐਂ ਲੱਗਦਾ ਸੀ ਕਿ ਇਹ ਤਾਂ ਬਸ ਖਤਮ ਹੋ ਗਿਆ, ਵਾਪਸ ਆ ਜਾਣਗੇ, ਪਰ ਜਦੋਂ ਦੇਖਦੇ ਸੀ ਕਿ ਲੋਕੀ ਤਾਂ ਟਰਾਲੀਆਂ ਭਰ ਭਰ ਕੇ ਜਾ ਰਹੇ ਆ, ਤਾਂ ਉਸ ਵੇਲੇ ਕਵਿਤਾ ਸੀ, ਝੋਕ ਦਿਆਂਗੇ ਬੱਚਾ ਬੱਚਾ ਜ਼ਬਰ ਤੇਰੇ ਨੂੰ ਰੋਕਣ ਲਈ, ਝੋਕ ਦਿਆਂਗੇ ਬੱਚਾ ਬੱਚਾ ਜ਼ਬਰ ਤੇਰੇ ਨੂੰ ਰੋਕਣ ਲਈ, ਚੜੇ ਕਾਫਲੇ ਪਿੰਡਾਂ ਵੱਲੋਂ ਕਿੱਲ ਤਬੂਤੀ ਠੋਕਣ ਲਈ, ਝੋਕ ਦਿਆਂਗੇ ਬੱਚਾ ਬੱਚਾ ਜ਼ਬਰ ਤੇਰੇ ਨੂੰ ਰੋਕਣ ਲਈ, ਚੜੇ ਕਾਫਲੇ ਪਿੰਡਾਂ ਵੱਲੋਂ ਕਿੱਲ ਤਬੂਤੀ ਠੋਕਣ ਲਈ, ਝੂਲਣ ਝੰਡੇ ਲਿਸ਼ਕਣ ਖੰਡੇ, ਝੂਲਣ ਝੰਡੇ ਲਿਸ਼ਕਣ ਖੰਡੇ, ਜੈਕਾਰੇ ਤੇ ਨਾਰੇ ਨੇ, ਤੇਰੀ ਅਲਖ ਮੁਕਾ ਕੇ ਛੱਡਣੀ ਇਕੱਠੇ ਹੋ ਗਏ ਸਾਰੇ ਨੇ, ਰੰਗ ਬਸੰਤੀ ਖੇਤ ਨੂੰ ਚੜਿਆ, ਰੰਗ ਬਸੰਤੀ ਖੇਤ ਨੂੰ ਚੜਿਆ, ਫਸਲ ਸੰਧੂਰੀ ਜੋਤਣ ਲਈ, ਝੋਕ ਦਿਆਂਗੇ ਬੱਚਾ ਬੱਚਾ ਜ਼ਬਰ ਤੇਰੇ ਨੂੰ ਰੋਕਣ ਲਈ, ਧਰਤੀ ਸਾਡੀ ਖੋਣ ਆ ਗਿਆ, ਧਰਤੀ ਸਾਡੀ ਖੋਣ ਆ ਗਿਆ ਤੈਨੂੰ ਜਰਾ ਵੀ ਹੋਸ਼ ਨਹੀਂ, ਧਰਤੀ ਸਾਡੀ ਖੋਣ ਆ ਗਿਆ ਤੈਨੂੰ ਜਰਾ ਵੀ ਹੋਸ਼ ਨਹੀਂ, ਬੇਲਿਆਂ ਦਾ ਪੰਜਾਬ ਦੇਸ਼ ਹੈ ਰਹਿੰਦੇ ਇੱਥੇ ਰਹਿੰਦੇ ਕਿ ਖਰਗੋਸ਼ ਨਹੀਂ। ਹਾਂ ਕੀ ਬਾਤ ਹੈ। ਹਰ ਇੱਕ ਨਲੂਆ ਭਗਤ ਸਿੰਘ ਹੈ ਜੈਤੇ ਜੋਖਮ ਓਟਣ ਲਈ, ਵਾਹ, ਝੋਕ ਦਿਆਂਗੇ ਬੱਚਾ ਬੱਚਾ ਜ਼ਬਰ ਤੇਰੇ ਨੂੰ ਰੋਕਣ ਲਈ, ਇਸ ਨੂੰ ਅਦਾ ਹੈ ਆਉਂਦੀ ਹਰ ਇੱਕ ਆਉਂਦਾ ਮੰਗਣਾ ਝੁਕਣਾ ਨਹੀਂ। ਵਾਹ, ਇਸ ਨੂੰ ਆਉਂਦੀ ਅਦਾ ਹੈ ਹਰ ਇੱਕ ਆਉਂਦਾ ਮੰਗਣਾ ਝੁਕਣਾ ਨਹੀਂ। ਬਹੁਤ ਅੱਛੇ। ਇਸ ਨੂੰ ਅਦਾ ਹੈ ਆਉਂਦੀ ਹਰ ਇੱਕ ਆਉਂਦਾ ਮੰਗਣਾ ਝੁਕਣਾ ਨਹੀਂ, ਸੀਸ ਤਲੀ ਤੇ ਧਰ ਕੇ ਲੜਦੇ ਆਉਂਦਾ ਸੰਗਣਾ ਲੁਕਣਾ ਨਹੀਂ, ਦੱਸਿਆ ਪੀਰਾਂ ਗੁਰੂਆਂ ਯੋਧਿਆਂ 13 ਜੋਖਣ ਲਈ, ਚੜੇ ਕਾਫਲੇ ਝੋਕ ਦਿਆਂਗੇ ਬੱਚਾ ਬੱਚਾ ਜ਼ਬਰ ਤੇਰੇ ਨੂੰ ਰੋਕਣ ਲਈ, ਚੜੇ ਕਾਫਲੇ ਪਿੰਡਾਂ ਵੱਲੋਂ ਕਿੱਲ ਤਬੂਤੀ ਠੋਕਣ ਲਈ, ਕਿੱਲ ਤਬੂਤੀ ਠੋਕਣ ਲਈ। ਤਾਂ ਇਹ ਸਫ਼ਰ ਦੇ ਵਿੱਚ ਜਿਵੇਂ ਜਿਵੇਂ ਲਗਾਤਾਰ ਜਿਸ ਤਰੀਕੇ ਨਾਲ ਸਾਡਾ ਇਸ ਕਿਤਾਬ ਦਾ ਆਪਾਂ ਜਦੋਂ ਗੱਲ ਕਰਦੇ ਹਾਂ ਅੰਦੋਲਨ, ਇਹ ਕਿਤਾਬ ਕੀ ਇਸ ਕਿਸਾਨ ਸੰਘਰਸ਼ ਦੇ ਖਤਮ ਹੋਣ ਤੋਂ ਬਾਅਦ ਛਪਵਾਈ ਗਈ, ਉਸ ਦੇ ਦਰਮਿਆਨ ਛਪਵਾਈ ਗਈ, ਕਦੋਂ ਇਸ ਕਿਤਾਬ ਦਾ ਬਿਰਤਾਂਤ ਬਣਿਆ? ਮੈਨੂੰ ਪ੍ਰਿੰਸ ਮੈਨੂੰ ਬੜੀ ਵੱਡੀ ਪ੍ਰਾਪਤੀ ਲੱਗਦੀ ਹੁੰਦੀ ਹੈ ਇਹ ਜੀ ਕਿ ਇਹ ਕਿਤਾਬ ਮੈਂ ਸਿਰਫ ਛਾਪੀ ਹੈ, ਲੋਕਾਂ ਤੱਕ ਆਪਣੇ ਆਪ ਗਈ ਹੈ ਜੀ। ਮਸਲਨ ਕਿਸ ਤਰ੍ਹਾਂ? ਮਸਲਨ ਇਹ ਕਿ 15 ਅਗਸਤ 2021 ਵਾਲੇ ਦਿਨ ਇਹ ਦਿੱਲੀ ਦੇ ਟਿਕਰੀ ਬਾਰਡਰ ਤੇ ਗਦਰੀ ਗੁਲਾਬ ਕੌਰ ਸਟੇਜ ਸੀ ਜਿਹੜੀ, ਉਸ ਦੀ ਕਮੇਟੀ ਨੇ ਇਸ ਕਿਤਾਬ ਨੂੰ ਆਪ ਪੜ੍ਹ ਕੇ ਮੇਰੀ ਮੌਜੂਦਗੀ ਤੋਂ ਬਿਨਾ ਇਜਾਜ਼ਤ ਲੈ ਕੇ ਉਹਨਾਂ ਨੇ ਆਪ ਰਿਲੀਜ਼ ਕੀਤਾ ਕਿ ਇਹ ਸਾਡੀ ਕਿਤਾਬ ਹੈ। ਬਹੁਤ ਅੱਛਾ, ਕੀ ਬਾਤ ਹੈ। ਉਹਨਾਂ ਨੇ ਰਿਕਗਨਾਈਜ਼ ਕੀਤਾ ਕਿ ਸਾਡੀ ਕਿਤਾਬ ਸਾਡੇ ਅੰਦੋਲਨ ਦੀ ਕਿਤਾਬ ਹੈ, ਉਹਦੀ ਤਰਜਮਾਨੀ ਕਰਦੀ ਹੈ, ਉਹਦੀ ਤਰਜਮਾਨੀ ਕਰਦੀ ਕਿਤਾਬ ਹੈ। ਮੈਨੂੰ ਇਸ ਗੱਲ ਦਾ ਬੜਾ ਆਪਣੇ ਆਪ ਤੇ ਫਖਰ ਵੀ ਮਹਿਸੂਸ ਹੋਇਆ ਸੀਗਾ ਤੇ ਮੈਨੂੰ ਇੱਕ ਤਰ੍ਹਾਂ ਨਾਲ ਐ ਵੀ ਲੱਗਿਆ ਸੀ ਕਿ ਮੈਂ ਸੱਚਮੁੱਚ, ਬੇਸ਼ੱਕ ਮੈਂ ਮਜ਼ਦੂਰਾਂ ਦਾ ਪੁੱਤਰ ਹਾਂ, ਪਰ ਮੈਨੂੰ ਐ ਲੱਗਿਆ ਕਿ ਮੈਂ ਇਸ ਸੰਘਰਸ਼ ਦਾ
ਹਿੱਸਾ। ਨਹੀਂ, ਪਰ ਮਜ਼ਦੂਰ ਤੋਂ ਬਿਨਾਂ ਤੁਸੀਂ ਕਿਸਾਨ ਦੇ ਨਾਅਰੇ ਨੂੰ ਕਿਵੇਂ ਪੂਰਾ ਕਰੋਗੇ? ਅਸਲ ਦੇ ਵਿੱਚ ਗਰਾਊਂਡ ਦੇ ਉੱਤੇ ਜਦੋਂ ਦੇਖਦੇ ਨਾ ਪ੍ਰਿੰਸ, ਨਹੀਂ, ਗਰਾਊਂਡ ਬਿਲਕੁਲ ਵੱਖਰਾ ਹੈ ਰਵੀ ਜੀ। ਹਾਂ, ਮੈਂ ਬਿਲਕੁਲ। ਤੁਹਾਡੇ ਗੱਲ ਨਾਲ ਮੈਂ 100% ਸਹਿਮਤ ਹਾਂ ਕਿ ਜ਼ਮੀਨੀ ਹਕੀਕਤ ਉਸ ਤੋਂ ਬਿਲਕੁਲ ਵੱਖਰੀ ਹੈ। ਉਸ ਦੇ ਉੱਤੇ ਚਰਚਾ ਕਰਾਂਗੇ ਤਾਂ ਬਹੁਤ ਘੰਟੇ, ਬਹੁਤ ਦਿਨ ਲੰਘ ਸਕਦੇ ਨੇ, ਔਰ ਬੜੇ ਤਕਨੀਕੀ ਪਹਿਲੂ ਸਾਡੇ ਕੋਲ, ਮੇਰੇ ਕੋਲ ਵੀ ਪਏ ਨੇ, ਰਿਸਰਚ ਸਾਰੀ ਆਪਾਂ ਵੀ ਕਰਦੇ ਹਾਂ, ਬਿਲਕੁਲ ਉਸ ਤਰੀਕੇ ਨਾਲ ਜੁੜੇ ਹਾਂ ਹਾਂ। ਤੇ ਪਰ ਜੇਕਰ ਉਹ ਨਾਅਰੇ ਦੀ ਗੱਲ ਕਰਦੇ ਆ ਤਾਂ ਹਾਂ, ਤੁਸੀਂ ਸੀਰੀ ਦੀ ਸਾਂਝ ਤੋਂ ਬਿਨਾ ਕਦੇ ਵੀ ਕਿਸਾਨੀ ਦੀ ਜਾਂ ਜ਼ਿਮੀਂਦਾਰ ਦੀ ਗੱਲ ਨਹੀਂ ਕਰ ਸਕਦੇ। ਨਹੀਂ ਹੋ ਸਕਦੀ ਸੀਰੀ ਪਾਲੀ ਤੋਂ ਬਿਨਾ ਨਹੀਂ ਹੋ ਸਕਦੀ ਹੈਗੀ। ਅਸਲ ਦੇ ਵਿੱਚ ਗੱਲ ਉੱਥੇ ਆ ਜਾਂਦਾ ਪ੍ਰਿੰਸ, ਕਿ ਜਦੋਂ ਅਸੀਂ ਆਪਣਾ ਹਿੱਸਾ ਲੈਣਾ ਹੁੰਦਾ ਹੈ ਤਾਂ ਉਹ ਸਾਡਾ ਹੁੰਦਾ ਹੈ, ਪਰ ਜਦੋਂ ਅਸੀਂ ਕਿਸੇ ਨੂੰ ਦੇਣਾ ਹੁੰਦਾ ਤਾਂ ਉਹ ਕਿਸੇ ਦਾ ਹੁੰਦਾ। ਕਿਸੇ ਦਾ ਹੁੰਦਾ। ਠੀਕ ਹੈ ਨਾ। ਮਜ਼ਦੂਰ ਨੂੰ ਮਜ਼ਦੂਰ ਦਾ ਹਿੱਸਾ ਦੇਣਾ ਬਣਦਾ ਹੈ। ਜੇਕਰ ਅਸੀਂ ਇਹ ਕਹਿੰਦੇ ਆ ਕਿ ਪੰਜਾਬ ਨਾਨਕ ਦਾ ਦੇਸ਼ ਹੈ, ਤਾਂ ਨਾਨਕ ਦੇ ਦੇਸ਼ ਦੇ ਵਿੱਚ ਪੰਜਾਬ ਦੇ ਮਜ਼ਦੂਰ ਨਾਲ ਕਿਹੋ ਜਿਹੇ ਹਾਲ ਹੁੰਦੇ ਆ, ਉਹ ਵੀ ਸਾਨੂੰ ਐਨਾਲਾਈਜ਼ ਕਰਨੇ ਚਾਹੀਦੇ ਨੇ। ਮੈਂ ਇਹਨਾਂ ਗੱਲਾਂ ਦੇ ਉੱਤੇ ਬਿਨਾਂ ਸ਼ੱਕ ਮੈਂ ਕਿਸਾਨ ਅੰਦੋਲਨ ਦੇ ਨਾਲ ਐਨ ਬਿਲਕੁਲ ਪੋਟਾ ਨਾਲ ਸੀਗਾ, ਪਰ ਮੇਰੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲਾਂ ਬਹੁਤ ਰੜਕਦੀਆਂ ਸੀਗੀਆਂ ਕਿ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰ ਪੰਜਾਬ ਦਾ ਨਹੀਂ ਦਿਸਦਾਗਾ, ਜਿਹੜਾ ਉਹਦੇ ਬੋਲਾਂ ਨੂੰ ਫਰੋਲਦਾ ਹੈ। ਠੀਕ ਹੈ ਨਾ। ਜਦੋਂ ਮੈਂ ਸੰਤ ਰਾਮ ਉਦਾਸੀ ਨੂੰ ਪੜ੍ਹਦਾ ਹੈ, ਗੱਲ ਲੱਗ ਕੇ ਸੀਰੀ ਦੇ ਜੱਟ ਰੋਏ, ਬੋਲਾ ਵਿੱਚੋਂ ਨੀਰ ਵਗਿਆ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ ਜੱਗਿਆ। ਬਾਈ ਜੀ, ਮੇਰੇ ਕੋਲੇ ਵਕਤ ਦੀ ਨਾ ਬਿਲਕੁਲ ਕਮੀ ਆ ਗਈ ਹੈ। ਮੈਂ ਚਾਹੁੰਦਾ ਕਿ ਕੁਝ ਸੈਕਿੰਡ ਦੇ ਵਿੱਚ ਤੁਹਾਡੀ ਕੋਈ ਹੋਰ ਰਚਨਾ, ਕੁਝ ਸੈਕਿੰਡ ਦੇ ਵਿੱਚ ਇੱਕ ਰਚਨਾ ਸਾਂਝੀ ਕਰਕੇ ਆਪਾਂ ਫਿਰ ਇਸ ਤੋਂ ਇਲਾਵਾ ਮੈਂ ਜੇ ਤੁਹਾਨੂੰ ਕਹਾਂ ਕਿ ਇਹ ਤਾਂ ਕਿਸਾਨ ਅੰਦੋਲਨ ਨਾਲ ਜੁੜੀਆਂ ਰਚਨਾਵਾਂ ਨੇ, ਪਰ ਇਸ ਤੋਂ ਇਲਾਵਾ ਵੀ ਮੈਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ, ਕਿਉਂਕਿ ਵਕਤ ਦੀ ਕਮੀ, ਬਹੁਤ ਛੋਟੀ ਦੋ ਰਚਨਾਵਾਂ ਸੁਣਾਈਆਂ। ਇੱਕ ਤੈਨੂੰ ਸੁਣਾਉਣਾ ਪ੍ਰਿੰਸ, ਕਿ ਥੋੜੀ ਮਜਾਜੀ ਟਾਈਪ ਜਿਹੜੀ ਆ ਜਾਂਦੀ ਹੈ, ਜਿਸ ਨਾਲ ਮੋਜਾ ਹੋ ਜਾਂਦਾ ਹੈ ਉਹ ਅਕਸਰ ਹੀ ਖੋ ਜਾਂਦਾ ਹੈ। ਜਿਸ ਨਾਲ ਮੋਜਾ ਹੋ ਜਾਂਦਾ ਹੈ ਉਹ ਅਕਸਰ ਹੀ ਖੋ ਜਾਂਦਾ ਹੈ। ਸੁਰਮੇ ਵਾਂਗੂ ਅੱਖ ਵਿੱਚ ਪਾਇਆ ਉਹ ਅਕਸਰ ਹੀ ਚੋ ਜਾਂਦਾ ਹੈ। ਕਿਆ ਬਾਤ। ਜਿਸ ਨਾਲ ਮੋਜਾ ਹੋ ਜਾਂਦਾ ਹੈ ਉਹ ਅਕਸਰ ਹੀ ਖੋ ਜਾਂਦਾ ਹੈ। ਜੀਣ ਮਰਨ ਦੀਆਂ ਸੌਹਾਂ ਖਾ ਕੇ, ਜੀਣ ਮਰਨ ਦੀਆਂ ਸੌਹਾਂ ਖਾ ਕੇ ਉਹ ਅਕਸਰ ਹੀ ਧੋ ਜਾਂਦਾ ਹੈ। ਚੀਸ ਪਵੇ ਨਾ ਜਿਸ ਦਿਲ ਅੰਦਰ ਉਹ ਅਕਸਰ ਹੀ ਮੋ ਜਾਂਦਾ ਹੈ। ਕਿਆ ਬਾਤ ਹੈ। ਜਿਸ ਨਾਲ ਮੋਜਾ ਹੋ ਜਾਂਦਾ ਹੈ ਉਹ ਅਕਸਰ ਹੀ ਖੋ ਜਾਂਦਾ ਹੈ। ਰਵੀ ਤਾਂ ਰੱਖਦਾ ਬੂਹਾ ਖੁੱਲਾ, ਰਵੀ ਤਾਂ ਰੱਖਦਾ ਬੂਹਾ ਖੁੱਲਾ, ਉਹ ਅਕਸਰ ਹੀ ਢੋ ਜਾਂਦਾ ਹੈ। ਜਿਸ ਨਾਲ ਮੋਜਾ ਹੋ ਜਾਂਦਾ ਹੈ ਉਹ ਅਕਸਰ ਹੀ ਖੋ ਜਾਂਦਾ ਹੈ। ਇੱਕ ਰਚਨਾ ਹੋਰ ਸੁਣਾਉਣਾ ਮੈਂ ਤੁਹਾਨੂੰ, ਮੈਂ ਸਥਾਈ ਤੇ ਅੰਤਰਾ, ਕਿਉਂਕਿ ਮੇਰੇ ਕੋਲ ਵਕਤ ਦੀ ਕਮੀ ਹੈ ਜੀ। ਬਿਲਕੁਲ। ਦਿਲ ਤੜਪਿਆ ਏ ਅੱਖ ਰੋਈ ਏ, ਦਿਲ ਤੜਪਿਆ ਏ ਅੱਖ ਰੋਈ ਏ, ਦੇ ਪਿੰਜਰ ਏ ਰੂਹ ਮੋਈ ਏ, ਰੱਤ ਸੜ ਗਈ ਏ ਅੱਤ ਹੋਈ ਏ, ਜਿਹੜਾ ਲਾਉਂਦਾ ਜਾਣੇ ਸੋਈ ਏ, ਕੀ ਜ਼ਿੰਦਗੀ ਸੀ ਕੀ ਹੋਈ ਏ, ਕੀ ਜ਼ਿੰਦਗੀ ਸੀ ਕੀ ਹੋਈ ਏ। ਵਾਹ। ਅਸੀਂ ਚਾਹਾਂਗੇ ਕਿ ਜ਼ਿੰਦਗੀ ਇਸ ਸ਼ੇਅਰ ਵਾਂਗ ਨਾ ਹੋਵੇ ਕਿ ਕੀ ਜ਼ਿੰਦਗੀ ਸੀ ਕੀ ਹੋਈ ਏ। ਜ਼ਿੰਦਗੀ ਤੁਹਾਡੀ ਮਿਹਨਤ ਸਦਕਾ, ਜ਼ਿੰਦਗੀ ਤੁਹਾਡੇ ਜਜ਼ਬੇ ਸਦਕਾ ਉਹੀ ਹੋਵੇ ਜੋ ਸੰਸਾਰ ਨੂੰ ਤੁਸੀਂ ਆਪਣੀ ਅੱਖ ਨਾਲ ਬਣਾਉਣਾ ਚਾਹੁੰਦੇ ਹੋ। ਰਵੀ ਜੀ, ਮੈਂ ਚਾਹਾਂਗਾ ਕਿ ਮੇਰੇ ਕੋਲ ਸੈਕਿੰਡ ਕੁਝ ਬਾਕੀ ਨੇ, ਤੁਸੀਂ ਆਪਣੇ ਵੱਲੋਂ ਕੋਈ ਸੁਨੇਹਾ। ਮੈਂ ਤੁਹਾਨੂੰ ਇੱਕ ਸ਼ੇਅਰ ਸੁਣਾ ਕੇ ਜਿਕਣ, ਚਾਨਣਾ ਹਰ ਨਹੀਂ ਸਕਦਾ, ਚਾਨਣਾ ਹਰ ਨਹੀਂ ਸਕਦਾ, ਹਨੇਰਾ ਜਿੱਤ ਨਹੀਂ ਸਕਦਾ, ਚਾਨਣਾ ਹਰ ਨਹੀਂ ਸਕਦਾ, ਹਨੇਰਾ ਜਿੱਤ ਨਹੀਂ ਸਕਦਾ, ਦੀਵਾਨਾ ਮਰ ਨਹੀਂ ਸਕਦਾ ਤੇ ਆਸ਼ਿਕ ਵਿਕ ਨਹੀਂ ਸਕਦਾ, ਚਾਨਣਾ ਹਰ ਨਹੀਂ ਸਕਦਾ। ਜ਼ਿੰਦਗੀ ਦੇ ਇਸ ਸਫ਼ਰ ਤੇ ਚੱਲ ਰਹੇ ਆ ਪ੍ਰਿੰਸ, ਹਾਲੇ ਵੀ ਬਹੁਤ ਸਾਰੀਆਂ ਅੜਚਨਾਂ ਨੇ ਜੀ। ਬਿਲਕੁਲ। ਪਰ ਰੁਕਣ ਵਾਲਾ ਨਹੀਂ ਆ। ਜ਼ਿੰਦਗੀ ਜਿੱਤਾਂਗਾ ਤੇ ਜਿੱਤਾਂਗਾ, ਝੁਕਣ ਵਾਲਾ ਨਹੀਂ, ਹਰ ਹਾਲ ਦੇ ਵਿੱਚ ਜਿੱਤਾਂਗੇ। ਬਿਲਕੁਲ ਜਿੱਤਾਂਗੇ। ਔਰ ਪਿਆਰੇ ਦਰਸ਼ਕੋ, ਜੇਕਰ ਡਾਕਟਰ ਰਵਿੰਦਰ ਰਵੀ ਹੋਰਾਂ ਦੀਆਂ ਕਿਤਾਬਾਂ, ਔਰ ਮੈਂ ਜ਼ਿਕਰ ਕਰਦਿਆਂ ਕਿ ਇਹਨਾਂ ਦੀ ਜਿਹੜੀ ਤੀਸਰੀ ਕਿਤਾਬ ਸੀ ਔਰ ਸਭ ਤੋਂ ਪਹਿਲੀ ਕਿਤਾਬ ਸੀ ਕਰਮ ਪ੍ਰਤੀਕਰਮ, ਉਹ ਕਿਤਾਬ ਅਸਲ ਦੇ ਵਿੱਚ ਆਲੋਚਨਾ ਦੀ ਕਿਤਾਬ ਸੀ। ਆਲੋਚਨਾ ਦਾ ਕਹਿਣ ਤੋਂ ਭਾਵ ਕਿ ਵੱਖ-ਵੱਖ ਵਿਧਾਵਾਂ ਦੇ ਸਾਡੇ ਜਿਹੜੇ ਵੱਡੇ ਮਕਬੂਲ ਲੇਖਕ ਹੋਏ ਨੇ, ਉਹਨਾਂ ਦੀਆਂ ਵੱਖ-ਵੱਖ ਰਚਨਾਵਾਂ ਨੂੰ ਸ਼ਾਮਲ ਕਰਕੇ ਇੱਕ ਕਿਤਾਬੀ ਰੂਪ ਦਿੱਤਾ ਗਿਆ ਹੈ। ਮਸਲਨ ਉਦਾਹਰਨ ਦੇ ਤੌਰ ਦੇ ਉੱਤੇ ਡਾਕਟਰ ਸਵਰਾਜ ਵੀਰ ਜਿਹੜੇ ਇਸ ਵਕਤ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਨੇ ਔਰ ਵੱਡੇ ਨਾਟਕਕਾਰ ਤੇ ਵੱਡੇ ਲੇਖਕ ਨੇ, ਇਸੇ ਤਰੀਕੇ ਨਾਲ ਹੋਰ ਸਾਡੇ ਜਿਹੜੇ ਪੰਜਾਬ ਦੇ ਵੱਡੇ ਲੇਖਕ ਨੇ, ਉਹਨਾਂ ਦੀਆਂ ਰਚਨਾਵਾਂ ਸ਼ਾਮਲ ਕਰਕੇ ਉਹਨਾਂ ਦੀ ਉਹਨਾਂ ਦੇ ਵਿਧਾਵਾਂ ਦੀ ਆਲੋਚਨਾ ਦੀ ਕਿਤਾਬ
ਤਿਆਰ ਕੀਤੀ ਗਈ ਸੀ। ਜੇਕਰ ਤੁਸੀਂ ਡਾਕਟਰ ਰਵਿੰਦਰ ਰਵੀ ਹੋਰਾਂ ਦੀਆਂ ਕਿਤਾਬਾਂ ਨਾਲ ਆਪਣੀ ਸਾਂਝ ਪਾਉਣਾ ਚਾਹੁੰਦੇ ਹੋ, ਜਿਸ ਤਰੀਕੇ ਨਾਲ ਖਿਆਮ ਜਿਹੜਾ ਨਾਵਲ ਦਾ ਰੂਪ ਹੈ, ਅੰਦੋਲਨ ਜਿਹੜੀ ਕਵਿਤਾ ਦਾ ਰੂਪ ਕਿਤਾਬ ਹੈ ਔਰ ਸੱਚਮੁੱਚ ਕਿਸਾਨ ਅੰਦੋਲਨ ਦਾ ਦਸਤਾਵੇਜ਼ ਬਣੀ ਹੈ, ਪਰਤ ਦਰ ਪਰਤ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੱਕ ਕੀ ਹੋਇਆ ਉਸ ਦਾ ਜ਼ਿਕਰ ਜਿਹੜਾ ਹੈ ਇਸ ਕਿਤਾਬ ਦੇ ਵਿੱਚ ਜਦੋਂ ਕੀਤਾ ਗਿਆ। ਤਾਂ ਇਹਨਾਂ ਕਿਤਾਬਾਂ ਦੀ ਸਾਂਝ ਤੁਸੀਂ ਡਾਕਟਰ ਰਵਿੰਦਰ ਰਵੀ ਹੋਰਾਂ ਨਾਲ ਸਿੱਧੇ ਤੌਰ ਦੇ ਉੱਤੇ ਵੀ ਪਾ ਸਕਦੇ ਹੋ ਔਰ ਜਸਟ ਟੀਵੀ ਦੇ ਰਾਹੀਂ ਵੀ ਤੁਸੀਂ ਇਹਨਾਂ ਕਿਤਾਬਾਂ ਨੂੰ ਆਪਣੇ ਘਰ ਤੱਕ ਮੰਗਾ ਸਕਦੇ ਹੋ, ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਹੋ, ਆਪ ਪੜ੍ਹ ਸਕਦੇ ਹੋ। ਜਸਟ ਟੀਵੀ ਦੇ ਉੱਤੇ ਸੰਪਰਕ ਕਰੋ ਅਤੇ ਡਾਕਟਰ ਰਵਿੰਦਰ ਰਵੀ ਦੀਆਂ ਕਿਤਾਬਾਂ ਅਸੀਂ ਤੁਹਾਡੇ ਤੱਕ ਪਹੁੰਚਦੀਆਂ ਜ਼ਰੂਰ ਕਰਾਂਗੇ। ਆਓ ਇਜਾਜ਼ਤ ਡਾਕਟਰ ਰਵਿੰਦਰ ਰਵੀ ਜੀ, ਬਹੁਤ ਧੰਨਵਾਦ ਕਿ ਤੁਸੀਂ ਸਾਹਿਤਕ ਤੰਦਾਂ ਔਰ ਜਸਟ ਟੀਵੀ ਦੇ ਵਿਹੜੇ ਦੇ ਵਿੱਚ ਆ ਕੇ ਸ਼ਮੂਲੀਅਤ ਕੀਤੀ। ਬਹੁਤ ਬਹੁਤ ਸ਼ੁਕਰੀਆ ਪ੍ਰਿੰਸ ਜੀ, ਧੰਨਵਾਦ। ਮੈਂ ਤਾਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਬੁਲਾ ਲਿਆ ਇੱਥੇ। ਬਹੁਤ ਵੱਡੀ ਖੁਸ਼ੀ ਹੈ ਮੇਰੀ। ਸਾਡਾ ਫਰਜ਼ ਹੈ ਔਰ ਸਾਡਾ ਹੱਕ ਵੀ ਹੈ ਜੀ, ਕਿਉਂਕਿ ਤੁਸੀਂ ਪੰਜਾਬ ਦੇ ਸਾਹਿਤਕਾਰ ਵੀ ਹੋ ਔਰ ਇੱਕ ਰੌਸ਼ਨ ਦਿਮਾਗ ਵੀ ਹੋ, ਤਾਂ ਸਾਡਾ ਹੱਕ ਵੀ ਬਣਦਾ ਕਿ ਅਸੀਂ ਹੱਕ ਨਾਲ ਉਹਨਾਂ ਲੋਕਾਂ ਨੂੰ ਬੁਲਾਈਏ ਜਿਹੜੇ ਮਸ਼ਾਲਾਂ ਜਗਦੀਆਂ ਰੱਖਦੇ ਨੇ। ਬਹੁਤ ਬਹੁਤ ਸ਼ੁਕਰੀਆ ਪ੍ਰਿੰਸ, ਬਹੁਤ ਬਹੁਤ ਧੰਨਵਾਦ। ਜਸਟ ਟੀਵੀ ਦਾ ਬਹੁਤ ਧੰਨਵਾਦ। ਪਿਆਰੇ ਦਰਸ਼ਕੋ, ਅਗਲੇਰੇ ਕਿਸੇ ਹੋਰ ਪੜਾਅ ਦੇ ਵਿੱਚ ਸਾਹਿਤਕ ਤੰਦਾਂ ਦੇ ਸਫ਼ਰ ਦੇ ਵਿੱਚ ਤੰਦ ਨੂੰ ਹੋਰ ਗੂੜੀ ਕਰਾਂਗੇ, ਹੋਰ ਮਜ਼ਬੂਤ ਕਰਾਂਗੇ, ਕਿਸੇ ਹੋਰ ਚੰਗੇ ਸ਼੍ਰੋਮਣੀ ਰੌਸ਼ਨ ਦਿਮਾਗ ਸਾਹਿਤਕਾਰ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ, ਤਾਂ ਜੋ ਅਸੀਂ ਸਾਹਿਤ ਨੂੰ ਆਪਣੇ ਘਰਾਂ ਦੇ ਵਿੱਚੋਂ, ਆਪਣੇ ਹਿਰਦਿਆਂ ਦੇ ਵਿੱਚੋਂ ਨਾ ਮੁੱਕਣ ਦਈਏ, ਨਾ ਇਸ ਦੀ ਸਿਆਹੀ ਸੁੱਕਣ ਦਈਏ, ਤੇ ਨਾ ਇਹ ਜਿਹੜੀ ਲੱਗੀ ਹੋਈ ਚਿਣਗ ਹੈ ਇਸ ਨੂੰ ਆਪਾਂ ਠੰਡੀ ਹੋਣ ਦਈਏ, ਤੇ ਨਾ ਹੀ ਸਫ਼ਰ ਨੂੰ ਰੋਕਣ ਦਈਏ। ਦਿਓ ਇਜਾਜ਼ਤ, ਬਣੇ ਰਹੋ ਜਸ ਪੰਜਾਬੀ, ਜਸ ਟੀਵੀ ਦੇ ਨਾਲ। ਸਤਿ ਸ੍ਰੀ ਅਕਾਲ।